ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 134 ਤੇ ਉੱਤੋਂ 5 ਪੰਕਤੀਆਂ ਛੱਡ ਕੇ ਹੈ। 134 ਅੰਗ ਉੱਤੋਂ 5 ਲਾਈਨਾਂ ਛੱਡ ਕੇ ਹੈ। ਨੰਬਰ ਲਿਖਿਆ 4। ਆਸ਼ਾੜ ਖਿਆਲ ਰੱਖਣਾ। ਪੰਜਾਬੀ ਦੇ ਸ਼ਬਦ ਹੈ ਹਾੜ, ਚੇਤ, ਵਿਸਾਖ, ਜੇਠ, ਹਾੜ। ਹਿੰਦੀ ਹੁੰਦਾ ਅਸ਼ਾੜ, ਇਹਨੂੰ ਅਸਾੜ ਨਹੀਂ ਪੜ੍ਹਨਾ। ਇਹ ਪਾਠੀ ਇਸ ਨੂੰ ਅਸਾੜ ਪੜ੍ਹਦੇ ਨੇ। ਨਾ ਗਿਆਨ ਹੋਣ ਕਰਕੇ ਕਿ ਅਸਾੜ ਕਿਸ ਭਾਸ਼ਾ ਦਾ ਸ਼ਬਦ ਹੈ, ਅਸੀਂ ਸਿੱਧੇ ਹੀ ਪੜ੍ਹਦੇ ਨੇ। ਇਹ ਹਿੰਦੀ ਦਾ ਸ਼ਬਦ ਹੈ ਅਤੇ ਹਿੰਦੀ 'ਚ ਅਸ਼ਾੜ ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ। ਆਸ਼ਾੜ ਤਪੰਦਾ ਤਿਸ ਲੱਗੈ, ਹਰ ਨਾਹ ਨ ਜਿਨਾ ਪਾਸ। ਇਹਨੂੰ ਨਾਹੋ ਨਹੀਂ ਪੜ੍ਹਨ ਦੀ ਲੋੜ ਹੈ। ਨਾ ਹਾਹੇ ਨੌਕੜ ਇਸ ਲਈ ਲੱਗਿਆ ਕਿ ਨਾ ਜਿਹੜਾ ਹੈ ਨਾਮ ਹੈ ਪ੍ਰਭੂ ਪਤੀ, ਅਤੇ ਇੱਕ ਵਚਨ ਹੈ, ਇਸ ਕਰਕੇ ਹਾਹੇ ਨੌਕੜ ਲੱਗਾ। ਇਹ ਬੋਲਣ ਲਈ ਨਹੀਂ ਲੱਗਾ। ਹਾਂ, ਜੇ ਨਾ ਸ਼ਬਦ ਲਾਈਨ ਦੇ ਅਖੀਰ 'ਚ ਹੁੰਦਾ ਫਿਰ ਸਾਨੂੰ ਕਈ ਵਾਰੀ ਤੁਕਾਂਤ ਮਿਲਾਉਣ ਲਈ ਨਾਹੋ ਪੜ੍ਹਨਾ ਪੈਂਦਾ। ਪਰ ਜੇ ਸ਼ਬਦ ਵਿੱਚ ਆ ਜਾਏ ਫਿਰ ਉਸਨੂੰ ਨਾਹੋ ਪੜ੍ਹਨ ਦੀ ਲੋੜ ਨਹੀਂ। ਨਾ ਹਿੰਦੀ ਦਾ ਸ਼ਬਦ ਹੈ ਪ੍ਰਭੂ ਪਤੀ। ਆਸ਼ਾੜ ਤਪੰਦਾ ਤਿਸ ਲੱਗੈ, ਹਰ ਨਾਹ ਨ ਜਿਨਾ ਪਾਸ। ਜਿਨ ਨੰਨੇ ਦੇ ਪੈਰ 'ਚ ਹਾਹਾ ਲਾਉਣਾ, ਨਹੀਂ ਤਾਂ ਜਿੰਨਾ ਹੋ ਜਾਏਗਾ। ਜਿੰਨਾ ਤੁਹਾਨੂੰ ਚਾਹੀਦਾ ਓਨਾ ਲੈ ਲਓ, ਉਹਦਾ ਜਿਤਨਾ। ਇਹ ਜਿੰਨਾ ਕੋਲ ਨਾ ਨ ਜਿੰਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੂਏ ਭਾਏ ਵਿਗੁਚੀਏ, ਗਲ ਪਈਸ ਜਮ ਕੀ ਫਾਂਸ। ਹਿੰਦੀ ਦਾ ਸ਼ਬਦ ਹੈ ਫਾਂਸ। ਇਹਨੂੰ ਬਿੰਦੀ ਲਾ ਕੇ ਪੜ੍ਹਨਾ, ਫਾਹੀ ਜਿਹਨੂੰ ਆਪਾਂ ਕਹਿੰਦੇ। ਅੱਜ ਫਲਾਣੇ ਨੂੰ ਫਾਂਸੀ ਹੋ ਗਈ ਹੈ, ਫਾਂਸ। ਦੂਏ ਭਾਏ ਵਿਗੁਚੀਏ, ਗਲ ਪਈਸ ਜਮ ਕੀ ਫਾਂਸ। ਜੇਹਾ ਬੀਜੈ ਸੋ ਲੁਣੇ, ਮੱਥੈ ਜੋ ਲਿਖਿਆਸ। ਰੈਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਏ, ਸੋ ਦਰਗਾਹ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸ਼ਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਆਸ਼ਾੜ ਭਾਵ ਹਾੜ ਦਾ ਮਹੀਨਾ। ਆਸ਼ਾੜ ਤਪੰਦਾ ਤਿਸ ਲੱਗੈ। ਇਹ ਹਾੜ ਦਾ ਮਹੀਨਾ ਗਰਮ ਉਸ ਨੂੰ ਲੱਗਦਾ ਹੈ, ਤਿਸ ਉਸ ਨੂੰ। ਹਰ ਨਾਹ ਨ ਜਿਨਾ ਪਾਸ। ਜਿਨ੍ਹਾਂ ਜੀਵ ਇਸਤਰੀਆਂ ਕੋਲੇ ਪ੍ਰਭੂ ਪਤੀ ਨਹੀਂ ਹੈ, ਉਹਨਾਂ ਨੂੰ ਹਾੜ ਦਾ ਮਹੀਨਾ ਗਰਮ ਲੱਗਦਾ ਹੈ। ਜਦੋਂ ਪਰਮਾਤਮਾ ਹਿਰਦੇ 'ਚ ਵਸ ਜਾਏਗਾ ਫਿਰ ਸਾਡੇ ਦੇ ਬਾਹਰਲੀ ਗਰਮੀ, ਸਰਦੀ, ਦੁੱਖ, ਸੁੱਖ ਦਾ ਕੋਈ ਅਸਰ ਨਹੀਂ ਹੁੰਦਾ। ਪੰਚਮ ਪਾਤਸ਼ਾਹ ਦੇ ਅੰਦਰ ਪਰਮਾਤਮਾ ਵਸਿਆ ਹੋਇਆ ਸੀ, ਇਸ ਲਈ ਤੱਤੀਆਂ ਤਵੀਆਂ 'ਤੇ ਬੈਠ ਕੇ ਵੀ ਸ਼ਾਂਤ ਚਿੱਤ ਸਨ। ਉਹਨਾਂ ਨੂੰ ਗਰਮੀ ਮਹਿਸੂਸ ਨਹੀਂ ਹੋ ਰਹੀ। ਕਿਉਂ? ਉਹਨਾਂ ਦਾ ਪ੍ਰਭੂ ਪਤੀ ਉਹਨਾਂ ਦੇ ਕੋਲ ਸੀ, ਉਹਨਾਂ ਦੇ ਅੰਦਰ ਸੀ। ਕਹਿੰਦੇ ਆਸ਼ਾੜ ਤਪੰਦਾ ਤਿਸ ਲੱਗੈ। ਹਾੜ ਦਾ ਮਹੀਨਾ ਗਰਮ ਉਸ ਨੂੰ ਲੱਗਦਾ ਹੈ, ਹਰ ਨਾਹ ਨ ਜਿਨ੍ਹਾਂ ਪਾਸ। ਜਿਨ੍ਹਾਂ ਦੇ ਕੋਲ ਹਰੀ ਪਤੀ ਨਹੀਂ ਹੈ, ਪ੍ਰਭੂ ਪਤੀ ਨਹੀਂ ਹੈ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ।
ਜਗ ਜੀਵਨ ਪੁਰਖ ਪਾ ਪਰਮਾਤਮਾ, ਜੋ ਜਗਤ ਨੂੰ ਜੀਵਨ ਦੇਣ ਵਾਲਾ ਹੈ। ਜਗ ਜੀਵਨ ਪੁਰਖ ਤਿਆਗ ਕੇ ਜਦੋਂ ਜੀਵ ਪਰਮਾਤਮਾ ਨੂੰ ਤਿਆਗ ਦਿੰਦਾ ਹੈ, ਮਾਨਸ ਸੰਧੀ ਆਸ, ਮਾਨਸ ਦਾ ਮਨੁੱਖ ਸੰਧੀ ਮਨੇ ਦੀ, ਉਹ ਮਨੁੱਖ 'ਤੇ ਆਸ ਲਾਈ ਰੱਖਦਾ ਹੈ ਵੀ ਇਹ ਬੁਢਾਪੇ 'ਚ ਮੈਨੂੰ ਸਾਂਭੇਗਾ, ਇਹ ਮੇਰੀ ਸਹਾਇਤਾ ਕਰੇਗਾ। ਮਨੁੱਖ ਆਸਾਂ ਲਾਈ ਬੈਠਾ ਦੂਸਰੇ 'ਤੇ। ਧਰਮ ਇਹ ਕਹਿੰਦਾ ਜਿਸ 'ਤੇ ਤੁਸੀਂ ਆਸ ਲਾਈ ਬੈਠੇ ਹੋ ਸਕਦਾ ਤੁਹਾਡੇ ਤੋਂ ਪਹਿਲਾਂ ਮਰ ਜੇ, ਫਿਰ ਕੀ ਕਰੋਗੇ? ਜਾਂ ਉਹ ਕਿਤੇ ਵਿਦੇਸ਼ ਚਲਿਆ ਜਾਵੇ, ਫਿਰ ਕੀ ਕਰੋਗੇ? ਜਾਂ ਉਹ ਤੁਹਾਡੇ ਨਾਲ ਲੜ ਪਿਆ, ਤੁਹਾਡੇ ਨਾਲ ਬੋਲਦੇ ਨਹੀਂ, ਫਿਰ ਕੀ ਕਰੋਗੇ? ਇਹ ਰੱਬ ਨੂੰ ਮਨੁੱਖ ਕਿਉਂ ਭੁੱਲਦਾ ਹੈ? ਕਿਉਂਕਿ ਮਨੁੱਖ 'ਤੇ ਆਸ ਲਾਈ ਬੈਠਾ ਹੁੰਦਾ ਵੀ ਮੈਨੂੰ ਤਾਂ ਧੀ ਪੁੱਤਾਂ ਦੀ ਲੋੜ ਹੈ, ਮੈਨੂੰ ਤਾਂ ਘਰ ਵਾਲੀ ਦੀ ਲੋੜ ਹੈ, ਮੈਨੂੰ ਤਾਂ ਭੈਣ ਭਰਾਵਾਂ ਦੀ ਲੋੜ ਹੈ, ਮੈਂ ਰੱਬ ਤੋਂ ਕੀ ਕਰਾਉਣਾ? ਉਹ ਤਾਂ ਰੱਬ ਨੂੰ ਛੱਡ ਦਿੰਦੇ। ਸੋ ਪਰਮਾਤਮਾ ਨੂੰ ਤਿਆਗ ਕੇ ਮਨੁੱਖ ਦੀ ਆਸ ਲਾਈ ਬੈਠਾ ਬੰਦਾ। ਦੂਏ ਭਾਏ ਵਿਗੁਚੀਏ, ਦੂਏ ਭਾਏ, ਇੱਕ ਭਾਏ ਹੁੰਦਾ ਪਿਆਰ, ਇੱਕ ਪਰਮਾਤਮਾ, ਦੂਜਾ ਸੰਸਾਰ। ਸੰਸਾਰ ਨੂੰ ਕਹਿੰਦੇ ਦੂਏ, ਭਾਏ ਹੁੰਦਾ ਪਿਆਰ। ਮਨੁੱਖ ਪਰਮਾਤਮਾ ਨੂੰ ਪਿਆਰ ਨਹੀਂ ਕਰਦਾ, ਪਰਮਾਤਮਾ ਨੂੰ ਛੱਡ ਕੇ ਇਹ ਸੰਸਾਰ ਨੂੰ ਪਿਆਰ ਕਰਦਾ ਹੈ। ਵਿਗੁਚੀ ਹੈ, ਇਸ ਲਈ ਖੁਆਰ ਹੁੰਦਾ ਹੈ। ਵਿਗੁਚਣਾ ਮੈਨੇ ਖੁਆਰ ਹੁੰਦਾ। ਗਾਲ ਪਈ ਇਸ ਜਮ ਕੀ ਫਾਂਸ, ਅਤੇ ਮਰਨ ਵੇਲੇ ਇਹਦੇ ਗਾਲ 'ਚ ਜਮਾਂ ਦੀ ਫਾਹੀ ਪੈਂਦੀ ਹੈ। ਕਿਤੇ ਲਿਖਿਆ ਕਿ ਜਮਾਂ ਕੋਲੇ ਫਾਹੀ ਰੱਸੀ ਹੁੰਦੀ ਹੈ, ਕਿਤੇ ਲਿਖਿਆ ਜਮਾਂ ਕੋਲੇ ਸੰਗਲ ਹੁੰਦਾ, ਉਹ ਫਿਰ ਗਲ 'ਚ ਪਾ ਕੇ ਇਸ ਜੀਵ ਆਤਮਾ ਨੂੰ ਲੈ ਜਾਂਦੇ ਨੇ। ਸੋ ਇਸ ਕਰਕੇ ਮਾਇਆ ਨਾਲ ਪਿਆਰ ਹੋਣ ਕਰਕੇ, ਸੰਸਾਰ ਨਾਲ ਪਿਆਰ ਹੋਣ ਕਰਕੇ ਮਨੁੱਖ ਰੱਬ ਨੂੰ ਭੁੱਲ ਜਾਂਦਾ ਹੈ, ਇਸ ਲਈ ਖੁਆਰ ਹੁੰਦਾ ਅਤੇ ਅਖੀਰ ਨੂੰ ਜਮਾਂ ਦੀ ਫਾਹੀ ਇਹਦੇ ਗਲ 'ਚ ਪੈ ਜਾਂਦੀ ਹੈ। ਜਿਹਾ ਬੀਜੈ ਸੋ ਲੁਣੇ, ਲੁਣੇ ਹੁੰਦਾ ਵੱਢਣਾ, ਮੱਥੇ ਜੋ ਲਿਖਿਆ ਸੀ। ਮਨੁੱਖ ਜਿਹੋ ਜਿਹਾ ਬੀਜਦਾ ਉਹੋ ਜਿਹੀ ਵੱਢਦਾ। ਭਾਵ ਜੋ ਕਰਮ ਕਰਦਾ ਉਸ ਨੂੰ ਭੋਗਦਾ ਹੈ। ਚੰਗੇ ਕਰਮ ਕਰੇਗਾ ਚੰਗਾ ਫਲ ਭੋਗੇਗਾ, ਭੈੜੇ ਕੰਮ ਕਰੇਗਾ ਭੈੜੇ ਫਲ ਭੋਗੇਗਾ। ਤਾਂ ਹੀ ਹਿੰਦੀ ਹੈ, ਬੋਏ ਪੇੜ ਬਬੂਲ ਕੇ ਆਮ ਕਹਾਂ ਤੇ ਖਾਏ। ਬਬੂਲ ਕਿੱਕਰ ਨੂੰ ਕਹਿੰਦੇ, ਪੇੜ ਦਰਖਤ ਨੂੰ ਕਹਿੰਦੇ। ਕਿੱਕਰ ਦਾ ਦਰਖਤ ਬੀਜ ਕੇ ਕਿ ਤੈਨੂੰ ਅੰਬ ਕਿੱਥੋਂ ਮਿਲਣਗੇ? ਕਿੱਕਰ ਨੂੰ ਤਾਂ ਸੂਲਾਂ ਲੱਗਣੀਆਂ, ਤੁੱਕੇ ਲੱਗਣਗੇ। ਇਸ ਤਰ੍ਹਾਂ ਕਹਿੰਦੇ, ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ। ਜੱਟ ਬੀਜ ਤੇ ਕਿੱਕਰ ਕਹਿੰਦੇ ਮੈਂ ਦਾਖਾਂ ਖਾਣੀ ਹੈ। ਇਹ ਕਿਵੇਂ ਹੋ ਸਕਦਾ? ਇਹ ਕਿਵੇਂ? ਤੁਸੀਂ ਅੰਗੂਰਾਂ ਦਾ ਬੂਟਾ ਲਾਓ ਅਤੇ ਤਾਂ ਹੀ ਤੁਸੀਂ ਦਾਖਾਂ ਖਾ ਸਕਦੇ ਹੋ। ਬੀਜਿਆ ਕਿੱਕਰ ਹੈ, ਉਹਨੂੰ ਦਾਖਾਂ ਨਹੀਂ ਲੱਗ ਸਕਦੀ। ਕਰਮ ਅਸੀਂ ਮਾੜੇ ਕਰ ਰਹੇ ਹਾਂ, ਨਤੀਜਾ ਉਹਦਾ ਵਧੀਆ ਚਾਹੁੰਦੇ ਹਾਂ, ਇਹ ਨਹੀਂ ਹੋ ਸਕਦਾ। ਜੋ ਮਨੁੱਖ ਬੀਜ ਰਿਹਾ ਉਹੀ ਵੱਢੇਗਾ। ਮੈਂ ਕਣਕ ਬੀਜੀ ਫਿਰ ਕਣਕ ਹੀ ਵੱਢਾਂਗਾ, ਮੈਂ ਛੋਲੇ ਜਾਂ ਮੱਕੀ ਥੋੜ੍ਹੇ ਫਿਰ ਵੱਢਾਂਗਾ। ਜੇ ਮੈਂ ਮੱਕੀ ਬੀਜੇ ਫਿਰ ਮੱਕੀ ਹੀ ਵੱਢਾਂਗਾ, ਛੋਲੇ ਕਣਕ ਦੇ ਨਾ ਉੱਥੇ ਹੋਣਗੇ। ਤਾਂ ਗੁਰਬਾਣੀ ਕਹਿੰਦੇ, ਜਿਹਾ ਬੀਜੈ ਸੋ ਲੁਣੇ। ਜਿਹੋ ਜਿਹਾ ਮਨੁੱਖ ਕਰਮ ਕਰਦਾ ਮੱਥੇ ਜੋ ਲਿਖਿਆ ਉਹਦੇ ਮੱਥੇ 'ਤੇ ਲਿਖਿਆ ਜਾਂਦਾ। ਜਿਹੜੀ ਸਾਡੀ ਕਿਸਮਤ ਹੈ ਨਾ, ਜਿਹਨੂੰ ਜੋਤਸ਼ੀ ਪੜ੍ਹ ਕੇ ਦੱਸਦੇ ਨੇ, ਜਿਸ ਨੂੰ ਫੇਸ ਰੀਡਰ ਪੜ੍ਹ ਕੇ ਦੱਸਦੇ ਨੇ,
ਉਹ ਸਾਡੇ ਕਰਮ, ਪਿਛਲੇ ਜਨਮਾਂ ਦੇ ਕੀਤੇ ਹੋਏ ਕਰਮ ਹੀ ਸਾਡੇ ਮੱਥੇ 'ਤੇ ਲਿਖੇ ਹੁੰਦੇ ਨੇ। ਸਾਡੇ ਕੀਤੇ ਆਪਣੇ ਕਰਮ ਹੀ ਸਾਡੀ ਕਿਸਮਤ ਬਣਦੇ ਹਨ। ਪਰਮਾਤਮਾ ਸਾਡੇ ਕਰਮਾਂ ਨੂੰ ਲਿਖਦਾ ਹੈ, ਉਹਨੂੰ ਵਿਧਾਤਾ ਕਹਿੰਦੇ। ਉਹ ਕਰਮ ਲਿਖਦਾ ਸਾਡੇ, ਸਾਡੀ ਉਹ ਕਿਸਮਤ ਲਿਖਦਾ। ਜਿਹੋ ਜਿਹੇ ਅਸੀਂ ਕਰਮ ਕੀਤੇ ਪਿਛਲੇ ਜਨਮ 'ਚ, ਉਹਨਾਂ ਨੂੰ ਵੇਖ ਕੇ ਸਾਡੀ ਕਿਸਮਤ ਲਿਖ। ਤੁਸੀਂ ਦੇਖਿਆ ਨਾ, ਕਈ ਲੋਕ ਅਮੀਰ ਹੁੰਦੇ ਨੇ, ਕਈ ਗਰੀਬ ਹੁੰਦੇ ਨੇ, ਕਈ ਚੰਗੇ ਹੁੰਦੇ ਨੇ, ਕਈ ਮੰਦੇ ਹੁੰਦੇ ਨੇ, ਕਈ ਸੁਖੀ ਹੁੰਦੇ ਨੇ, ਕਈ ਦੁਖੀ ਹੁੰਦੇ ਨੇ। ਹਰ ਇਨਸਾਨ ਆਪਣੇ ਕਰਮ ਭੋਗਦਾ ਰਹਿੰਦਾ। ਜੋ ਅਸੀਂ ਸੰਸਾਰ ਨੂੰ ਦਿੱਤਾ ਹੈ, ਭਾਈ ਗੁਰਦਾਸ ਜੀ ਕਹਿੰਦੇ, ਉਹੀ ਸਾਨੂੰ ਮਿਲਣਾ। ਸੰਸਾਰ ਨੂੰ ਦੁੱਖ ਦਿੱਤਾ ਹੈ, ਦੁੱਖ ਮਿਲਣਾ। ਸੁੱਖ ਦਿੱਤਾ ਹੈ, ਸੁੱਖ ਮਿਲਣਾ। ਪੁੰਨ ਦਾਨ ਕੀਤਾ, ਅਮੀਰੀ ਮਿਲਣੀ ਹੈ। ਲੁੱਟਾ ਖੋਹਾਂ ਕੀਤੀ, ਗਰੀਬੀ ਮਿਲਣੀ ਹੈ। ਕਿਹਦੀ ਲੱਤ ਬਾਂਹ ਤੋੜਤੀ, ਆਪਣੀ ਟੁੱਟ ਜਾਣੀ ਹੈ। ਕਾਰਨ ਕੋਈ ਭਾਵੇਂ ਬਣੇ, ਕੋਈ ਜ਼ਰੂਰੀ ਨਹੀਂ ਉਹੀ ਬੰਦਾ ਕਿ ਤੁਹਾਡੀ ਲੱਤ ਤੋੜੇ, ਨਹੀਂ। ਤੁਸੀਂ ਉਹਦੀ ਲੱਤ ਤੋੜਤੀ, ਆਪ ਤੁਸੀਂ ਤਿਲਕ ਗਏ ਹੋ, ਤੁਹਾਡੀ ਲੱਤ ਟੁੱਟ ਗਈ। ਬਸ ਪਾਣੀ ਸੀ, ਤਿਲਕਣ ਸੀ, ਰਤੀ ਬੇਧਿਆਨੇ ਹੋਏ, ਪੈਰ ਸਲਿੱਪ ਕਰਕੇ ਲੱਤ ਬਾਂਹ ਟੁੱਟ ਗਈ। ਇਸ ਲਈ ਗੁਰੂ ਮਹਾਰਾਜ ਸਾਨੂੰ ਸਾਵਧਾਨ ਕਰਦੇ ਕਿ ਇਨਸਾਨ, ਜੋ ਤੂੰ ਬੀਜ ਰਹੇ ਉਹੀ ਤੇਰੇ ਮੱਥੇ 'ਤੇ ਲਿਖਿਆ ਜਾਣਾ, ਅਤੇ ਜੋ ਤੇਰੇ ਮੱਥੇ 'ਤੇ ਉਹੀ ਤੂੰ ਵੱਢਣਾ, ਉਹੀ ਤੂੰ ਭੋਗਣਾ। ਇਸ ਲਈ ਕਰਮ ਬੜੇ ਧਿਆਨ ਨਾਲ ਕਰੀਦੇ ਨੇ। ਕਦੇ ਕਿਸੇ ਦਾ ਮਾੜਾ ਨਹੀਂ ਕਰੀਦਾ, ਨਾ ਮਨ ਕਰਕੇ, ਨਾ ਤਨ ਕਰਕੇ, ਨਾ ਧਨ ਕਰਕੇ। ਅਸੀਂ ਜੇ ਕਿਸੇ ਦਾ ਮਾੜਾ ਕਰਦੇ ਹਾਂ ਤਾਂ ਵੀ 3 ਤਰੀਕਿਆਂ ਨਾਲ ਹੀ ਕਰਦੇ ਹਾਂ, ਅਤੇ ਜੇ ਕਿਸੇ ਦਾ ਭਲਾ ਕਰਦੇ ਤਾਂ ਵੀ 3 ਤਰੀਕਿਆਂ ਨਾਲ ਹੀ ਕਰਦੇ। ਮੰਨ ਲਓ ਮੈਂ ਕਿਸੇ ਨੂੰ ਅਵਾ ਤਵਾ ਬੋਲਤਾ ਹੈ, ਕੌੜੇ ਬਚਨ ਬੋਲਤੇ ਨੇ, ਉਹਦਾ ਮਨ ਦੁੱਖ ਗਿਆ ਹੈ, ਇਹ ਤਾਂ ਮੈਂ ਉਹਦਾ ਨੁਕਸਾਨ ਕਰਤਾ। ਮੈਂ ਉਹਦੇ ਕੋਈ ਸੱਟ ਫੇਟ ਮਾਰਤੀ ਹੈ, ਕੋਈ ਕਤਲ ਕਰ ਦਿੱਤਾ ਹੈ, ਇਹ ਤਾਂ ਸਰੀਰ ਦਾ ਨੁਕਸਾਨ ਕਰਦਾ। ਮੈਂ ਕੋਈ ਦਾ ਧਨ ਚੋਰੀ ਕਰ ਲਿਆ, ਉਧਾਰ ਲੈ ਕੇ ਉਹਦਾ ਮੋੜਿਆ ਨਹੀਂ ਹੈ, ਉਹ ਵੀ ਉਹਦਾ ਨੁਕਸਾਨ ਹੈ, ਉਹ ਧਨ ਦਾ ਨੁਕਸਾਨ ਹੈ। 3 ਤਰੀਕੇ ਨਾਲ ਅਸੀਂ ਨੁਕਸਾਨ ਕਰਦੇ ਹਾਂ, 3 ਤਰੀਕੇ ਨਾਲ ਅਗਲੇ ਦਾ ਫਾਇਦਾ ਕਰਦੇ ਹਾਂ। ਇਸ ਲਈ ਜੋ ਅਸੀਂ ਕਰ ਰਹੇ ਹਾਂ, ਇਹੀ ਸਾਡੀ ਕਿਸਮਤ ਬਣ ਰਹੀ ਹੈ। ਹਰ ਇਨਸਾਨ ਆਪਣੀ ਕਿਸਮਤ ਆਪ ਬਣਾਉਂਦਾ ਹੈ, ਕੋਈ ਕਿਸੇ ਦੀ ਕਿਸਮਤ ਨਹੀਂ ਬਣਾ ਸਕਦਾ। ਜੇ ਦੂਜਾ ਕਿਸਮਤ ਬਣਾ ਸਕਦਾ ਹੁੰਦਾ, ਇੰਨੇ ਸਾਧੂ ਸੰਤ ਮਹਾਤਮਾ ਨੇ ਜਿਹੜੇ ਦਿਨ ਰਾਤ ਉਪਦੇਸ਼ ਦਿੰਦੇ ਰਹਿੰਦੇ ਹਨ, ਕੋਈ ਮੰਨਦਾ ਉਹਨਾਂ ਦਾ? ਕੋਈ ਵੀ। ਸੱਚ ਪੁੱਛੋ, ਅਸੀਂ ਗੁਰੂ ਦੇ ਦਰ 'ਤੇ ਗੁਰੂ ਦੀ ਗੱਲ ਨਹੀਂ ਸੁਣਨ ਜਾਂਦੇ, ਗੁਰੂ ਦੀ ਗੱਲ ਮੰਨਣ ਨਹੀਂ ਜਾਂਦੇ, ਅਸੀਂ ਆਪਣੀ ਗੱਲ ਮਨਵਾਉਣ ਜਾਂਦੇ ਹਾਂ। ਸਾਧੂ ਕੋਲ ਜਾਂਦੇ ਹਾਂ, ਆਪਣੀ ਗੱਲ ਮਨਵਾਉਣ ਲਈ ਜਾਂਦੇ ਹਾਂ। ਗੁਰੂ ਕੋਲ ਜਾਂਦੇ ਹਾਂ, ਆਪਣੀ ਗੱਲ ਮਨਵਾਉਣ ਲਈ ਜਾਂਦੇ ਹਾਂ। ਨਾ ਅਸੀਂ ਸਾਧੂ ਦੀ ਗੱਲ ਨੂੰ ਧਿਆਨ ਨਾਲ ਸੁਣੀਏ, ਨਾ ਗੁਰੂ ਦੀ ਨੂੰ। ਅਤੇ ਜੇ ਸੁਣ ਲੈਂਦੇ ਹਾਂ ਤਾਂ ਅਸੀਂ ਮੰਨਦੇ ਨਹੀਂ ਹੈਗੇ। ਜਿਵੇਂ ਗੁਰੂ ਮਹਾਰਾਜ ਸਾਡੀ ਗੱਲ ਸੁਣ ਲੈਣ ਪਰ ਮੰਨਣੀ ਨਾ, ਫਿਰ ਕਿਆ? ਫਿਰ ਸੁਣਾਉਣ ਦਾ ਫਾਇਦਾ ਵੀ ਕਿਆ? ਮੰਨ ਲਓ ਮੈਂ ਤੁਹਾਨੂੰ ਗੁਰਬਾਣੀ ਦੀ ਕਥਾ ਸੁਣਾ ਰਿਹਾ ਹਾਂ, ਤੁਸੀਂ ਮੰਨਦੇ ਹੀ ਨਹੀਂ, ਮੰਨ ਲਓ ਕੋਈ ਗੱਲ, ਫਿਰ ਕਿਆ ਕਰਨਾ? ਸੁਣਾ ਕੇ ਆਪਣਾ ਟਾਈਮ ਕਰਨਾ, ਖਰਾਬ ਕਰਨਾ, ਆਪਣੇ ਸਮਾਂ ਖਰਾਬ ਕਰਨਾ। ਅੱਜ ਕਥਾ ਸੁਣੀਏ, ਇੱਕ ਨੇ ਵੀ ਮੰਨ ਲਈ, ਇਹ ਸਫਲ ਹੋ ਗਈ। ਕੋਈ ਜ਼ਰੂਰੀ ਨਹੀਂ ਕਿ ਸਾਰੇ ਮੰਨਣ, ਇੱਕ 'ਤੇ ਇਹ ਵੀ ਅਸਰ ਹੋ ਗਿਆ ਹੈ। ਇੱਕ ਨੇ ਵੀ ਗੱਲ ਮੰਨ ਲਈ ਗੁਰੂ ਦੀ, ਉਹ ਤਾਂ ਜੀਵਨ ਸਫਲ ਹੋ ਜਾਏਗਾ। ਸਾਡੇ ਸਕੂਲ 1600 ਵਿਦਿਆਰਥੀ ਸੀ ਜਿੱਦਾਂ ਪੜ੍ਹਾਇਆ। ਕਈ ਵਾਰੀ ਮੈਂ ਬੋਲਣਾ,
ਇੱਕ ਟੀਚਰ ਮੈਨੂੰ ਕਹਿੰਦਾ, ਜੈਮਲ ਸਿੰਘ ਜੀ ਕੀ ਫਾਇਦਾ, ਘੁੰਮਣ ਦਾ ਤਾਂ ਅੱਜ ਕੱਲ੍ਹ ਹੈ ਨਹੀਂ। ਮੈਂ ਦੇਖੋ ਟੀਚਰ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਸੀ ਆਪਣੇ ਵਿਦਿਆਰਥੀਆਂ ਨੂੰ ਸਿੱਖਿਆ ਦੇਈਏ। ਜੇ ਇੱਕ ਵੀ ਮੰਨ ਲਏਗਾ, ਮੈਂ ਸਮਝਾਂ ਮੇਰੇ 10-15 ਮਿੰਟ ਬੋਲਿਆ ਸਟੇਜ 'ਤੇ ਸਫਲ ਹੋ ਗਏ, ਘੱਟ ਤੋਂ ਇੱਕ ਨੇ ਤਾਂ ਮੰਨ ਲਿਆ। ਇਹ ਨਹੀਂ ਤਾਂ ਸਾਰੇ ਬੰਨਣ, ਇੱਕ ਅੱਧਾ ਮੰਨ ਗਿਆ ਤਾਂ ਵੀ ਬਹੁਤ ਹੈ। ਪਰ ਗੱਲ ਤਾਂ ਉਹਦੇ ਬਣੇ ਜਿੱਦੇ ਅਸੀਂ ਮੰਨਾਂਗੇ। ਹੁਣ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਭਗਤਾਂ ਦੇ ਮਨ 'ਚ ਹਮੇਸ਼ਾ ਹੀ ਖੇੜਾ ਰਹਿੰਦਾ। ਕਿਉਂ? ਸਵਾਲ ਪੈਂਦਾ, ਸਾਡੇ ਖੇੜਾ ਕਿਉਂ ਨਹੀਂ? ਉਹਨਾਂ ਦੇ ਕਿਉਂ ਖੇੜਾ? ਕਿਉਂਕਿ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਉਹਨਾਂ ਨਾਮ ਸੁਣਿਆ, ਉਹਨੇ ਨਾਮ ਜਪਿਆ, ਦੁੱਖਾਂ ਪਾਪਾਂ ਦਾ ਨਾਸ ਹੋ ਗਿਆ, ਆਪੇ ਹੀ ਖੇੜਾ ਹੀ ਖੇੜਾ, ਖੇੜੇ ਖੇੜੇ। ਰੋਜ਼ ਅਸੀਂ ਜਪਜੀ ਸਾਹਿਬ ਪੜ੍ਹਦੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਨਿਰਾ ਪੜ੍ਹਨ ਨਾਲ ਗੱਲ ਨਹੀਂ ਬਣੇਗੀ। ਹਿੰਦੀ 'ਚ 3 ਸਟੇਜਾਂ ਨੇ, ਸੁਣਨਾ, ਦੂਸਰਾ ਮਨਨ ਕਰਨਾ, ਤੀਸਰਾ ਨਿਧ ਆਸਨ ਕਰਨਾ। ਵੀ ਪਹਿਲਾਂ ਗੱਲ ਸੁਣੋ ਧਿਆਨ ਨਾਲ, ਫਿਰ ਮਨ 'ਚ ਉਸ ਨੂੰ ਮੰਨੋ ਕਿ ਵਾਕਈ ਠੀਕ ਹੈ, ਫਿਰ ਉਹਦਾ ਪ੍ਰੈਕਟੀਕਲ ਕਰੋ। ਸਿੱਖ ਧਰਮ 'ਚ ਸਿੱਧਾ ਹੀ ਹੈ, ਸੁਣੋ ਅਤੇ ਉਸ ਤੋਂ ਬਾਅਦ ਮੰਨੋ। ਗੁਰੂ ਦੀ ਗੱਲ ਸੁਣੋ ਅਤੇ ਫਿਰ ਉਸ ਨੂੰ ਮੰਨੋ। ਪ੍ਰਾਪਤੀ ਮੰਨਣ ਨਾਲ ਹੋਣੀ ਹੈ, ਸੁਣਨ ਨਾਲ ਤਾਂ ਗਿਆਨ ਹੁੰਦਾ ਹੈ ਵੀ ਕੀ ਕਰਨਾ ਹੈ। ਆ ਕਥਾ ਇਸ ਲਈ ਕੀਤੀ ਸਾਨੂੰ ਗਿਆਨ ਹੋ ਜਾਏ ਵੀ ਕਰਨਾ ਕੀ ਹੈ। ਪਰ ਲਾਭ ਤਾਂ ਤਾਂ ਹੀ ਹੋਗਾ ਜੇ ਅਸੀਂ ਉਸ ਤਰ੍ਹਾਂ ਕਰਾਂਗੇ ਤਾਂ ਹੋਏਗਾ। ਸਾਨੂੰ ਸਾਵਧਾਨ ਕਰ ਕਿ ਹੇ ਇਨਸਾਨ, ਜੋ ਤੂੰ ਬੀਜ ਰਿਹਾ ਨਾ, ਇਹ ਕਰਮ ਤੇਰੇ ਮੱਥੇ 'ਤੇ ਲਿਖੇ ਜਾਣੇ ਨੇ, ਫਿਰ ਤੈਨੂੰ ਉਸੇ ਤਰ੍ਹਾਂ ਹੀ ਭੋਗਣਾ ਪੈਣਾ। ਜੋ ਬੀਜੇ ਉਹੀ ਵੱਢਣਾ ਪੈਣਾ। ਰੈਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ। ਰੈਣ ਹੁੰਦੀ ਰਾਤ, ਭਾਵ ਜੀਵਨ। ਇਹ ਸਾਰੀ ਜ਼ਿੰਦਗੀ ਵਿਹਾਣੀ ਹੁੰਦਾ, ਬੀਤ ਜਾਣਾ। ਬਾਣੀ ਪੜ੍ਹੀ ਨਹੀਂ, ਨਾਮ ਜਪਿਆ ਨਹੀਂ, ਕੋਈ ਚੱਜ ਦਾ ਕੰਮ ਕੀਤਾ ਨਹੀਂ। ਜਦੋਂ ਇਹ ਜੀਵਨ ਰੂਪੀ ਰਾਤ ਬੀਤਦੀ ਹੈ ਨਾ, ਪਛਤਾਣੀ, ਫਿਰ ਮਨੁੱਖ ਪਛਤਾਉਂਦਾ। ਫਿਰ ਅਖੀਰ ਨੂੰ ਪਛਤਾਉਂਦਾ ਕਿ ਓਹੋ, ਮੈਂ ਸਾਰੀ ਜ਼ਿੰਦਗੀ ਐਵੇਂ ਹੀ ਬਰਬਾਦ ਕਰ ਦਿੱਤੀ। ਉੱਠ ਚੱਲੀ ਗਈ ਨਿਰਾਸ਼, ਅਤੇ ਨਿਰਾਸ਼ ਹੋ ਕੇ ਇਸ ਸੰਸਾਰ ਤੋਂ ਅਜੀਬ ਆਤਮਾ ਚਲੀ ਜਾਂਦੀ ਹੈ। ਖੁਸ਼ੀ ਖੁਸ਼ੀ ਨਹੀਂ ਜਾਂਦੇ, ਨਿਰਾਸ਼ ਹੁੰਦੇ, ਕਿਉਂਕਿ ਗਿਆਨ ਹੋ ਗਿਆ ਕਿ ਜੋ ਕਰਨਾ ਸੀ ਉਹ ਕੀਤਾ ਨਹੀਂ। ਤਾਈ ਬਾਣੀ, ਕਰਨੋ ਹੁਤੋ ਸੋ ਨਾ ਕੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਿਓ, ਅਬ ਕਿਉ ਰੋਵਤੰਦ। ਕਰਨੋ ਹੁਤੋ ਸੋ ਨਾ ਕੀਓ, ਜਦੋਂ ਕਰਨਾ ਸੀ ਉਦੋਂ ਕੀਤਾ ਨਹੀਂ। ਸਵਾਲ ਹੁਣ ਕਿਉਂ ਨਹੀਂ ਕੀਤਾ? ਪਰਿਓ ਲੋਭ ਕੈ ਫੰਦ, ਲੋਭ ਦੇ ਫੰਦੇ 'ਚ ਫਸਿਆ ਰਿਹਾ ਵੀ ਹੋਰ ਮਾਇਆ ਕਮਾ ਲਾਂ, ਹੋਰ ਕਮਾ ਲਾਂ, ਹੋਰ ਕਮਾ ਲਾਂ। ਨਾਨਕ ਸਮਿਓ ਰਮ ਗਿਓ, ਰਾਮ ਦਾ ਬੀਤ ਜਾਣਾ। ਹੁਣ ਸਮੇਂ ਬੀਤ ਗਿਆ, ਅਬ ਕਿਉਂ ਰੋਵਤ ਅੰਧ। ਇਹ ਅਗਿਆਨੀਆਂ, ਹੁਣ ਕਿਉਂ ਰੋਣਾ? ਹੁਣ ਕਿਉਂ ਰੋਣਾ? ਇਸੇ ਸਾਨੂੰ ਬਾਣੀ ਰਾਹੀਂ ਗੁਰੂ ਮਹਾਰਾਜ ਸਾਵਧਾਨ ਕਰ ਰਹੇ ਨੇ ਕਿ ਨਹੀਂ ਤਾਂ ਜੀਵਨ ਰੂਪੀ ਰਾਤ ਬੀਤ ਜਾਣੀ ਹੈ। ਇਹ ਇਨਸਾਨ ਤੂੰ ਫਿਰ ਜਾਣ ਵੇਲੇ ਪਛਤਾਉਣਾ, ਤੂੰ ਨਿਰਾਸ਼ ਹੋ ਕੇ ਸੰਸਾਰ ਤੋਂ ਚਲੇ ਜਾਣਾ। ਜਿਨ ਕੋ ਸਾਧੂ ਭੇਟੀਐ, ਸੋ ਦਰਗਾਹ ਹੋਏ ਖਲਾਸ। ਸਾਧੂ ਤੋਂ ਭਾਵੇਂ ਤੇ ਗੁਰੂ ਤੋਂ ਹੈ। ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਸੋ ਦਰਗਾਹ ਹੋਏ ਖਲਾਸ। ਦਰਗਾਹ ਦੇ ਵਿੱਚ ਉਹਦੀ ਖਲਾਸੀ ਹੋ ਜਾਂਦੀ ਹੈ।
ਉਹ ਮੁਕਤ ਹੋ ਜਾਂਦਾ ਹੈ। ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹ ਮੁਕਤ ਹੋ ਜਾਂਦਾ ਹੈ, ਉਹਨੂੰ ਕੋਈ ਸਜ਼ਾ ਨਹੀਂ ਮਿਲਦੀ। ਕਿਉਂ? ਗੁਰੂ ਮਿਲ ਪਿਆ ਹੈ, ਗੁਰੂ ਤੋਂ ਗੁਰਮੰਤਰ ਲਿਆ ਹੈ, ਗੁਰਮੰਤਰ ਦਾ ਦਿਨ ਰਾਤ ਜਪ ਕਰਦਾ ਹੈ, ਜੋ ਕੋਈ ਬੁਰਾਈ ਸੀ ਉਸ ਤੋਂ ਤੋਬਾ ਕਰਦਾ ਹੈ, ਤੇ ਇੱਕ ਦਿਨ ਉਹਦੀ ਗੱਲ ਬਣ ਜਾਂਦੀ ਹੈ, ਇੱਕ ਦਿਨ ਉਹਦੀ ਗੱਲ ਬਣ ਜਾਂਦੀ। ਹੁਣ ਤੱਕ ਕੋਈ ਕੀ ਕਰਦਾ ਰਿਹਾ, ਇਹਦੇ ਤੇ ਅਫਸੋਸ ਨਹੀਂ ਕਰਨਾ, ਉਹ ਤੇ ਹੋ ਗਿਆ ਹੈ, ਉਹ ਤੇ ਹੋ ਗਿਆ। ਚੋਰ ਰਹੇ ਹੋ, ਡਾਕੂ ਰਹੇ ਹੋ, ਲਟੇਰੇ ਰਹੇ ਹੋ, ਬਦਮਾਸ਼ ਰਹੇ ਹੋ, ਜੋ ਵੀ ਕੋਈ ਇਨਸਾਨ ਰਿਹਾ ਹੈ, ਜਦੋਂ ਵੀ ਉਹਨੂੰ ਸੋਝੀ ਆ ਜਾਏ ਫਿਰ ਉਹ ਤੋਬਾ ਕਰ ਲੈ ਕਿ ਹੇ ਸੱਚੇ ਪਾਤਸ਼ਾਹ, ਮੈਂ ਅੱਗੇ ਤੋਂ ਇਹ ਕੰਮ ਨਹੀਂ ਕਰਦਾ, ਮੈਂ ਅੱਗੇ ਤੋਂ ਇਹ ਕੰਮ ਨਹੀਂ ਕਰਦਾ, ਤੇ ਨਾਮ ਜਪਣਾ ਸ਼ੁਰੂ ਕਰ ਦੇਵੇ। ਤੇ ਗੁਰਬਾਣੀ ਕਹਿੰਦੀ ਹੈ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੇ ਕੈ ਰੰਗ। ਨਾਮ ਜਪਣਾ ਸਾਰੀ ਪਾਪਾਂ ਦੀ ਮੈਲ ਲੈ ਜਾਂਦੀ, ਪਾਪ ਖਤਮ ਹੋ ਗਏ, ਦੁੱਖ ਖਤਮ ਹੋ ਗਿਆ। ਸਾਡੀ ਜ਼ਿੰਦਗੀ ਜੋ ਗਰੀਬੀ ਹੈ, ਦੁੱਖ ਹੈ, ਇਹ ਸਾਡੇ ਹੀ ਮਾੜੇ ਕਰਮਾਂ ਦਾ ਨਤੀਜਾ ਹੈ। ਅਸੀਂ ਪਾਪ ਕਰਮ ਕੀਤੇ, ਉਹ ਨਿਰਾ ਅਫਸੋਸ ਕਰਨ ਨਾਲ ਨਹੀਂ ਮਿਟਦੇ, ਉਹ ਤੇ ਅੱਗੇ ਤੋਂ ਤੋਬਾ ਕਰਨ ਨਾਲ ਅਤੇ ਫਿਰ ਦਿਨ ਰਾਤ ਨਾਮ ਜਪਣ ਨਾਲ ਸਭ ਕੁਝ ਠੀਕ ਹੋ ਜਾਂਦਾ। ਗਨਕਾ ਦੀ ਉਦਾਹਰਨ ਦਿੱਤੀ ਹੈ ਗੁਰਬਾਣੀ ਹੈ, ਉਹ ਵੇਸਵਾ ਹੈ, ਪਰ ਸਾਧੂ ਨੂੰ ਮਿਲਣ ਤੋਂ ਬਾਅਦ ਉਹਨੇ ਪ੍ਰਤਿੱਗਿਆ ਕਰ ਲਈ ਕਿ ਅੱਗੇ ਤੋਂ ਵੇਸਵਾ ਗਮਨੀ ਨਹੀਂ ਕਰੇਗੀ, ਅਤੇ ਸਾਧੂ ਨੂੰ ਤੋਤਾ ਦੇ ਗਿਆ, ਤੋਤੇ ਦਾ ਰਾਮ ਰਾਮ ਕਰਦੀ ਰਹਿੰਦੀ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਅਖੀਰ ਨੂੰ ਉਹੀ ਜਿਹੜੀ ਸੀ ਗਨਕਾ, ਉਹ ਬੈਕੁੰਠ ਧਾਮ ਨੂੰ ਚਲੀ ਗਈ। ਇਸ ਲਈ ਕਦੇ ਵੀ ਸੋਝੀ ਆ ਸਕਦੀ ਹੈ, 50 ਸਾਲ 60 ਸਾਲ 70 ਸਾਲ ਜਦੋਂ ਵੀ ਸੋਝੀ ਆ ਜਾਏ, ਪਤਾ ਲੱਗ ਗਿਆ ਮੈਂ ਗਲਤ ਕੰਮ ਕਰਦਾ, ਬਸ ਉਹਨੂੰ ਛੱਡ ਦੇਣਾ। ਉਹ ਤੇ ਚਿੰਤਾ ਨਹੀਂ ਕਰੀ ਜਾਣੀ, ਉਹ ਫਜ਼ੂਲ ਹੈ, ਉਹ ਤਾਂ ਹੁਣ ਹੋ ਗਿਆ, ਹੁਣ ਕੀ ਕੀਤਾ ਜਾ ਸਕਦਾ। ਹੁਣ ਤਾਂ ਇਹੀ ਹੈ ਜੋ ਹੋ ਗਿਆ, ਇਸ ਤੋਂ ਪਹਿਲਾਂ ਕਿ ਸਾਨੂੰ ਉਸ ਕਰਮ ਦੀ ਸਜ਼ਾ ਮਿਲੇ, ਅਸੀਂ ਨਾਮ ਜਪ ਜਪ ਕੇ ਉਸ ਕਰਮ ਨੂੰ ਹੀ ਕੱਟ ਲਈਏ, ਗੱਲ ਖਤਮ ਹੋ ਜਾਏਗੀ। ਸੋ ਤਾਂ ਗੁਰੂ ਮਹਾਰਾਜ ਸਾਨੂੰ ਸਾਵਧਾਨ ਕਰਦੇ ਨੇ। ਜਿਨ੍ਹਾਂ ਨੂੰ ਸਾਧੂ ਮਿਲ ਪੈਂਦਾ, ਗੁਰੂ ਮਹਾਰਾਜ ਮਿਲ ਪਏ, ਸੋ ਦਰਗਾਹ ਹੋਏ ਖਲਾਸ, ਉਹਦੀ ਦਰਗਾਹ 'ਚ ਖਲਾਸੀ ਹੋ ਜਾਂਦੀ ਹੈ। ਜਿਵੇਂ ਮੰਨ ਲਓ ਪੁਲਿਸ ਵਾਲੇ ਨੇ ਕਿਸੇ ਮੁਜਰਮ ਨੂੰ ਹੱਥਕੜੀ ਲਾ ਕੇ ਜਾਂ ਫੜ ਕੇ ਕੋਰਟ 'ਚ ਲੈ ਕੇ ਜਾਂਦੇ, ਕੋਰਟ ਉਹਨੂੰ ਬਰੀ ਕਰ ਦਿੰਦੀ ਹੈ, ਉਹ ਉਸੇ ਵੇਲੇ ਹੱਥਕੜੀ ਖੋਲ੍ਹ ਦਿੰਦੇ ਨੇ, ਖਲਾਸੀ ਹੋ ਗਈ ਨਾ। ਇਸ ਤਰ੍ਹਾਂ ਫਿਰ ਖਲਾਸੀ ਹੋ ਜਾਂਦੀ ਬੰਦੇ ਦੀ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਇੱਥੇ ਪਿਆਸ ਤਾਂ ਜੇ ਪਾਣੀ ਦੀ ਪਿਓ ਨਹੀਂ, ਤਮੰਨਾ, ਇੱਛਾ। ਹੇ ਪਰਮਾਤਮਾ ਮੇਰੇ 'ਤੇ ਕਿਰਪਾ ਕਰ, ਤਾਂ ਜੋ ਮੈਨੂੰ ਤੇਰੇ ਦਰਸ਼ਨ ਹੋ ਸਕਣ, ਕਿ ਤੇਰੇ ਦਰਸ਼ਨਾਂ ਦੀ ਮੇਰੇ ਮਨ 'ਚ ਪਿਆਸ ਹੈ, ਇੱਛਾ ਹੈ, ਤਮੰਨਾ ਹੈ, ਤੂੰ ਮੇਰੇ 'ਤੇ ਕਿਰਪਾ ਕਰ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਗੁਰੂ ਮਗੇ ਹੈ ਪਰਮਾਤਮਾ, ਤੇਰੇ ਤੋਂ ਬਿਨਾਂ ਮੇਰੇ ਲਈ ਕੋਈ ਹੋਰ ਹੈ ਹੀ ਨਹੀਂ ਜਿਹੜੇ ਮੇਰੀ ਕੋਈ ਸਹਾਇਤਾ ਕਰ ਸਕੇ। ਗਿਆਨ ਹੋ ਗਿਆ ਨਾ। ਪਹਿਲਾਂ ਆਸ ਲਾਈ ਬੈਠਾ ਸੰਸਾਰੀ ਜੀਵਾਂ 'ਤੇ, ਮਾਤਾ ਪਿਤਾ 'ਤੇ, ਧੀਆਂ ਪੁੱਤਰਾਂ 'ਤੇ, ਭੈਣਾਂ ਭਰਾਵਾਂ 'ਤੇ, ਰਿਸ਼ਤੇਦਾਰਾਂ 'ਤੇ। ਫਿਰ ਜਦੋਂ ਗਿਆਨ ਹੋ ਜਾਂਦਾ ਹੈ ਕਿ ਸਾਰੇ ਰਿਸ਼ਤੇਦਾਰੀਆਂ ਉਹਨਾਂ ਚਿਰ ਨੇ ਜਿੰਨਾ ਚਿਰ ਅਸੀਂ ਜਿਉਂਦੇ ਹਾਂ, ਜਿਉਂ ਹੀ ਅਸੀਂ ਮਰਾਂਗੇ ਸਭ ਰਿਸ਼ਤੇਦਾਰੀਆਂ ਖਤਮ ਹੋ ਜਾਂਦੀਆਂ ਨੇ। ਅਤੇ ਜੀਵਨ ਅਤੇ ਮਰਨ ਤੋਂ ਬਾਅਦ ਵੀ ਹੈ। ਅਸੀਂ ਨਹੀਂ ਮਰੇ, ਇਹ ਤਾਂ ਸਾਡਾ ਸਰੀਰ ਮਰਿਆ ਹੈ।
ਸਰੀਰ ਐਂ ਸਮਝੋ ਜਿਵੇਂ ਤੁਸੀਂ ਆਪਣੇ ਸਰੀਰ 'ਤੇ ਕੱਪੜੇ ਪਾਏ ਹੋਏ ਨੇ। ਤੁਸੀਂ ਕਹੋ ਜੀ ਤੂੰ ਕਮੀਜ਼ ਹੈ, ਉਹ ਕਹਿੰਦੇ ਯਾਰ ਮੈਂ ਤੇ ਬੰਦਾ, ਤੈਨੂੰ ਮੈਂ ਕਮੀਜ਼ ਦੇ ਦਾਂ। ਅਸੀਂ ਕਮੀਜ਼ ਨਹੀਂ, ਅਸੀਂ ਬੰਦੇ ਨੇ। ਗੁਰਬਾਣੀ ਕਹਿੰਦੇ ਤੂੰ ਬੰਦਾ ਵੀ ਨਹੀਂ, ਤੂੰ ਤੇ ਆਤਮਾ ਹੈ। ਇਹ ਜਿਹੜਾ ਤੇਰਾ ਸਰੀਰ ਹੈ, ਇਹ ਤੇ ਤੇਰੇ ਤੂੰ ਕੱਪੜੇ ਪਾਏ ਹੋਏ ਹਨ। ਜਿਵੇਂ ਬੰਦਾ ਕੱਪੜੇ ਜਦੋਂ ਮੈਲੇ ਹੁੰਦੇ ਉਹ ਲਾਹ ਦਿੰਦਾ, ਨਵੇਂ ਪਾ ਲੈਂਦਾ, ਇਸ ਤਰ੍ਹਾਂ ਆਤਮਾ ਇਸ ਸਰੀਰ ਨੂੰ ਛੱਡ ਦਿੰਦੀ ਹੈ, ਕੋਈ ਹੋਰ ਸਰੀਰ ਧਾਰਨ ਕਰ ਲੈਂਦੀ ਹੈ। ਜਦੋਂ ਆਤਮਾ ਇਸ ਸਰੀਰ ਨੂੰ ਛੱਡਦੀ ਹੈ, ਅਸੀਂ ਕਹਿੰਦੇ ਫਲਾਣਾ ਮਰ ਗਿਆ ਜੀ। ਆਤਮਾ ਜਿਉਂਦੀ ਹੈ, ਅਸੀਂ ਜਿਉਂਦੇ ਹਾਂ। ਅਸੀਂ ਓਨਾ ਚਿਰ ਜਿਉਂਦੇ ਰਹਿਣਾ ਹੈ ਜਿੰਨਾ ਚਿਰ ਸਾਡਾ ਪਰਮਾਤਮਾ ਨਾਲ ਮੇਲ ਨਹੀਂ ਹੋ ਜਾਂਦਾ। ਉਹਨਾਂ ਚਿਰ ਅਸੀਂ ਇਹ ਸਰੀਰ ਰੂਪੀ ਕੱਪੜੇ ਬਦਲੀ ਜਾਵਾਂਗੇ, ਬਦਲੀ ਜਾਵਾਂਗੇ। ਇਸ ਲਈ ਕਹਿੰਦੇ ਹੈ ਪਰਮਾਤਮਾ ਤੇਰੇ ਤੋਂ ਬਿਨਾਂ ਹੋਰ ਕੋਈ ਦੂਜਾ ਮੈਂ ਤੇਰੇ ਵਰਗਾ ਸਮਝਦੇ ਨਹੀਂ, ਬਸ ਤੂੰ ਹੀ ਹੈ ਜਿਸ ਤੇ ਮੈਂ ਆਸ ਰੱਖੀ ਹੋਈ ਹੈ। ਆਸ਼ਾੜ ਸੁਹੰਦਾ ਤਿਸ ਲਗੈ, ਜਿਸ ਮਨ ਹਰ ਚਰਨ ਨਿਵਾਸ। ਜਿਸ ਦੇ ਮਨ ਵਿੱਚ ਹਰੀ ਦੇ ਚਰਨਾਂ ਦਾ ਨਿਵਾਸਾ ਹੋ ਗਿਆ, ਭਾਵ ਹਰੀ ਦੀ ਯਾਦ, ਪਰਮਾਤਮਾ ਦੀ ਯਾਦ ਜਿਸ ਦੇ ਹਿਰਦੇ 'ਚ ਬੈਠ ਗਈ ਨਾ, ਆਸ਼ਾੜ ਸੁਹੰਦਾ ਤਿਸ ਲਗੈ। ਇਹ ਹਾੜ ਦਾ ਮਹੀਨਾ ਉਹਦੇ ਲਈ ਸੁਹਾਵਣਾ ਹੈ, ਉਹਦੇ ਲਈ ਹਾੜ ਦਾ ਮਹੀਨਾ ਸੁਹਾਵਣਾ ਹੈ। ਬਾਕੀ ਸਭ ਲਈ ਇਹ ਗਰਮੀ ਵਾਲਾ ਹੈ। ਜਿਹਦੇ ਹਿਰਦੇ 'ਚ ਪਰਮਾਤਮਾ ਦੀ ਯਾਦ ਵਸ ਜਾਂਦੀ ਹੈ, ਉਹਦਾ ਨਾਮ ਵਸ ਜਾਂਦਾ ਹੈ, ਉਹਨੂੰ ਫਿਰ ਹਾੜ ਦੇ ਮਹੀਨੇ 'ਚ ਗਰਮੀ ਨਹੀਂ ਲੱਗਦੀ। ਉਹ ਇਹਨਾਂ ਗੱਲਾਂ ਤੋਂ ਉੱਪਰ ਉੱਠ ਜਾਂਦਾ ਹੈ। ਕਿਉਂਕਿ ਇੱਕ ਸਮਾਂ ਐਸਾ ਹੁੰਦਾ ਹੈ ਜਦੋਂ ਅਸੀਂ ਆਪਣੇ ਸਰੀਰ ਵਿੱਚੋਂ ਬਾਹਰ ਨਿਕਲ ਸਕਦੇ ਹਾਂ। ਸਰੀਰ ਉਸੇ ਤਰ੍ਹਾਂ ਹੀ ਹੈ, ਅਸੀਂ ਵਿੱਚੋਂ ਨਿਕਲ ਜਾਵਾਂਗੇ। ਵਿੱਚੋਂ ਨਿਕਲੇ ਜਿੱਥੇ ਮਰਜ਼ੀ ਅਸੀਂ ਘੁੰਮ ਫਿਰ ਆਈਏ ਅਤੇ ਮੁੜ ਕੇ ਫਿਰ ਸਰੀਰ 'ਚ ਵੜ ਜੀ, ਮੁੜ ਕੇ ਫਿਰ ਪ੍ਰਵੇਸ਼ ਕਰ ਜੀ। ਐਸਾ ਵੀ ਹੋ ਸਕਦਾ ਹੈ ਕਿ ਹੁਣ ਜਿਵੇਂ ਪੰਚਮ ਪਾਤਸ਼ਾਹ ਨੂੰ ਤਤੀਆਂ ਤਵੀਆਂ 'ਤੇ ਬਿਠਾਤਾ, ਉਹਨਾਂ ਦੀ ਮਰਜ਼ੀ ਹੁੰਦੀ ਆਪਣੇ ਸਰੀਰ ਵਿੱਚੋਂ ਨਿਕਲ ਸਕਦੇ ਸਨ। ਜਿਸ ਨੇ ਦੁੱਖ ਮੰਨਣਾ ਸੀ, ਗਰਮੀ ਮੰਨਣੀ ਸੀ, ਤਪਸ਼ ਮੰਨਣੀ ਸੀ, ਉਹਦੇ ਵਿੱਚ ਬਾਹਰ ਨਿਕਲ ਗਿਆ। ਇਹ ਸਰੀਰ ਦਾ ਕੀ ਹੈ? ਜਿਹੜੇ ਗਰਮੀ ਮਹਿਸੂਸ ਕਰਨੇ ਤੇ ਵਿੱਚੋਂ ਨਿਕਲ ਗਿਆ। ਇਸ ਤਰ੍ਹਾਂ ਵੀ ਹੁੰਦਾ। ਪਰ ਜਿਹਦੇ ਅੰਦਰ ਪਰਮਾਤਮਾ ਵਸ ਗਿਆ ਹੈ, ਉਹਨੂੰ ਵਿੱਚੋਂ ਨਿਕਲਣ ਦੀ ਲੋੜ ਨਹੀਂ। ਉਹ ਤੱਤੀਆਂ ਤਵੀਆਂ ਦਾ ਕੁਛ ਨਹੀਂ ਵਿਗਾੜ ਸਕਦੀਆਂ। ਅੱਗੇ ਕਹਿੰਦੇ ਸਾਵਨ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ। ਮਨ ਤਰ ਰੱਤਾ ਸਚ ਰੰਗ, ਇੱਕੋ ਨਾਮ ਆਧਾਰ। ਵਿਖਿਆ ਰੰਗ ਕੂੜਾਵਿਆ, ਦਿਸਣ ਸਭੇ ਛਾਰ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਨ ਹਾਰ। ਵਣ ਤਿਨ ਪ੍ਰਭ ਸੰਗ ਮੋਲਿਆ, ਸਮਰੱਥ ਪੁਰਖ ਅਪਾਰ। ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਨ ਹਾਰ। ਜਿਨੀ ਸਖੀਏ ਪ੍ਰਭ ਪਾਇਆ, ਹੋਂ ਤਿਨ ਕੈ ਸਦ ਬਲਿਹਾਰ। ਨਾਨਕ ਹਰ ਜੀ ਮਇਆ ਕਰ, ਸ਼ਬਦ ਸਵਾਰਨ ਹਾਰ। ਸਾਵਰ ਤਿਨਾ ਸੁਹਾਗਨੀ, ਜਿਨ ਰਾਮ ਨਾਮ ਉਰ ਹਾਰ। ਸਾਵਨ ਸਰਸੀ ਕਾਮ, ਸਰਸੀ ਨੇ ਖੁਸ਼ ਹੋਣਾ। ਜੀਵ ਇਸਤਰੀ ਸਾਵਣ ਦੇ ਮਹੀਨੇ 'ਚ ਖੁਸ਼ ਹੁੰਦੀ ਹੈ। ਕਿਹੜੀ? ਚਰਨ ਕਮਲ ਸਿਉ ਪਿਆਰ, ਜਿਹਦਾ ਪਰਮਾਤਮਾ ਦੇ ਚਰਨ ਕਮਲਾਂ ਨਾਲ ਪਿਆਰ ਹੈ, ਜਿਹਦਾ ਪਰਮਾਤਮਾ ਦੇ ਨਾਮ ਨਾਲ ਪਿਆਰ ਹੈ। ਨਾਮ ਨੇ ਹੀ ਅੰਦਰ ਖੇੜਾ ਪੈਦਾ ਕਰਨਾ ਹੈ। ਇਹ ਸਾਰੀ ਉਦਾਸੀ ਨਾਮ ਨੇ ਚੱਕ ਦੇਣੀ, ਅੰਦਰ ਖੇੜਾ ਹੋ ਜਾਣਾ।
ਸੋ ਉਹ ਜੀਵ ਇਸਤਰੀ ਜਿਹਦਾ ਪਰਮਾਤਮਾ ਦੇ ਚਰਨ ਕਮਲ ਨਾਲ ਪਿਆਰ ਹੈ, ਜਿਹਦਾ ਪਰਮਾਤਮਾ ਦੇ ਨਾਮ ਨਾਲ ਪਿਆਰ ਹੈ, ਉਹ ਜੀਵ ਇਸਤਰੀ ਸਾਵਣ ਦੇ ਮਹੀਨੇ ਖਿੜੀ ਰਹਿੰਦੀ। ਮੰਨ ਲਓ ਇੱਕ ਬੰਦਾ ਬਿਮਾਰ ਹੈ, ਉਹਨੂੰ ਸਾਵਣ ਦਾ ਮਹੀਨਾ ਚੰਗਾ ਨਹੀਂ ਲੱਗੇਗਾ, ਭਾਵੇਂ ਬੱਦਲਬਾਈ ਬਣੀ ਹੋਵੇ, ਠੰਡੀ ਠੰਡੀ ਹਵਾ ਚੱਲ ਰਹੀ ਹੋਵੇ, ਜਿਹੜੇ ਠੀਕ ਉਹਨਾਂ ਨੂੰ ਬੜਾ ਵਧੀਆ ਮੌਸਮ ਲੱਗਦਾ ਹੈ, ਪਲੈਜ਼ੈਂਟ ਵੈਦਰ ਲੱਗਦਾ ਹੋਵੇ, ਪਰ ਜਿਹੜਾ ਮਨ ਕਰਕੇ ਦੁਖੀ ਹੈ ਉਹਨੂੰ ਇਹ ਬਾਹਰਲਾ ਵੀ ਕੋਈ ਅਸਰ ਨਹੀਂ ਉਸ 'ਤੇ ਹੁੰਦਾ। ਇਸ ਲਈ ਸਿਰਫ ਉਹੀ ਜੀਵ ਇਸਤਰੀ ਸਾਵਣ ਦੇ ਮਹੀਨੇ ਦੇ ਵਰਣਨ ਕਰਦੇ ਖੁਸ਼ ਰਹਿੰਦੀ ਹੈ, ਜਿਹਦਾ ਪਰਮਾਤਮਾ ਦੇ ਨਾਮ ਨਾਲ ਪਿਆਰ ਹੈ। ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਅਦਾ। ਉਸ ਜੀਵ ਇਸਤਰੀ ਦਾ ਮਨ ਅਤੇ ਤਨ ਰੱਬੀ ਪਿਆਰ ਦੇ ਨਾਲ ਰੰਗਿਆ ਜਾਂਦਾ। ਰਤਾ ਸੱਚ ਰੰਗ, ਸੱਚ ਰੰਗ ਰੱਬੀ ਰੰਗ, ਰੱਬੀ ਪਿਆਰ 'ਚ ਇੱਕੋ ਨਾਮ ਆਧਾਰ, ਕਿਉਂਕਿ ਉਹਨੂੰ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਹੈ। ਧਾਰਮਿਕ ਬੰਦਾ ਹੋਰ ਕਿਸੇ ਦਾ ਆਸਰਾ ਤੱਕਦਾ ਹੀ ਨਹੀਂ ਹੈ। ਉਹਨੇ ਰੋਟੀ ਪਾਣੀ ਕਸ ਲਈ ਕਿਸੇ ਦਾ ਆਸਰਾ ਨਹੀਂ ਤੱਕਦਾ। ਉਹਨੂੰ ਵਿਸ਼ਵਾਸ ਹੁੰਦਾ ਮੈਂ ਪਰਮਾਤਮਾ ਦਾ ਨਾਮ ਜਪਦਾ, ਆਪੇ ਪਰਮਾਤਮਾ ਮੈਨੂੰ ਖਾਣ ਪੀਣ ਲਈ ਦੇਵੇਗਾ, ਔਰ ਮੈਂ ਜਿੱਥੇ ਬੈਠਾ ਉੱਥੇ ਭੇਜੇਗਾ। ਯਾਦ ਰੱਖੋ, ਸਾਨੂੰ ਦਾਣੇ ਪਾਣ ਲਈ ਦੇਸਾਂ ਵਿਦੇਸਾਂ 'ਚ ਜਾਣਾ ਪੈਂਦਾ ਹੈ। ਜਿਹੜਾ ਭਗਤ ਹੁੰਦਾ ਉਹਦਾ ਦਾਣਾ ਪਾਣੀ ਆਪੇ ਚੱਲ ਕੇ ਉਹਦੇ ਕੋਲ ਆਉਂਦਾ, ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ। ਹੁਣ ਜਾਣ ਦੀ ਲੋੜ ਨਹੀਂ ਪੈਂਦੀ। ਇਸ ਲਈ ਕਹਿੰਦੇ ਉਹਦਾ ਪਰਮਾਤਮਾ ਦਾ ਨਾਮ ਉਹਨਾਂ ਦੇ ਜੀਵਨ ਦਾ ਆਧਾਰ ਹੁੰਦਾ ਹੈ। ਉਹਨਾਂ ਦਾ ਮਨ ਅਤੇ ਤਨ ਪਰਮਾਤਮਾ ਦੇ ਰੰਗ 'ਚ ਰੰਗਿਆ ਜਾਂਦਾ। ਵਿਖਿਆ ਰੰਗ ਕੂੜਾ ਵਿਆ ਦਿਸਣ ਸਭੇ 'ਚ ਵਿਖਿਆ ਮਤ ਮਾਇਆ। ਉਂਝ ਵਿਖਿਆ ਦਾ ਸ਼ਬਦੀ ਅਰਥ ਹੈ ਜ਼ਹਿਰ, ਮਾਇਆ ਲਈ ਵੀ ਬਿਖ ਵਰਤੇ, ਜ਼ਹਿਰ ਵਰਤਿਆ ਗਿਆ। ਵਿਖਿਆ ਰੰਗ ਕੂੜਾ ਵੇ, ਕੂੜਾ ਜਿਹੜਾ ਕੱਚਾ ਹੁੰਦਾ, ਇਹ ਮਾਇਆ ਦਾ ਰੰਗ ਕੱਚਾ ਹੁੰਦਾ। ਇਹ ਸਾਰੇ ਜਿਹੜੇ ਮਾਇਆ ਦੇ ਰੰਗ ਨੇ ਦਿਸਣ ਸਭੇ ਛਾਰ ਛਾਰ ਦੇ ਸਵਾ, ਇਹ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਲਈ ਇਹ ਮਾਇਆ ਦੇ ਰੰਗ ਝੂਠੇ ਨੇ ਅਤੇ ਸੁਆਦੀ ਨਹੀਂ ਹਨ। ਉਹ ਕਹਿੰਦੇ ਮੈਨੂੰ ਇਹਦਾ ਕੀ ਫਾਇਦਾ, ਮੈਂ ਇਸ ਤੋਂ ਕੀ ਕਰੂੰ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ। ਪਰਮਾਤਮਾ ਦੇ ਅੰਮ੍ਰਿਤ ਨਾਮ, ਪਰਮਾਤਮਾ ਦੇ ਨਾਮ ਦੀ ਜਿਹੜੀ ਇੱਕ ਬੂੰਦ ਵੀ ਹੈ ਨਾ, ਸੁਹਾਵਣੀ ਹੈ, ਉਹ ਵੀ ਚੰਗੀ ਹੈ। ਮਿਲ ਸਾਧੂ ਪੀਵਨ ਹਰ। ਪਰ ਸੋ ਅੰਮ੍ਰਿਤ ਬੂੰਦ ਨੂੰ ਪੀਤਾ ਕਿਵੇਂ ਜਾਂਦਾ ਹੈ? ਗੁਰੂ ਨੂੰ ਮਿਲ ਕੇ। ਜਿਹੜਾ ਗੁਰੂ ਨੂੰ ਮਿਲ ਪੈਂਦਾ ਉਹ ਇਸ ਨਾਮ ਅੰਮ੍ਰਿਤ ਬੂੰਦ ਨੂੰ ਪੀਂਦਾ ਹੈ। ਫਿਰ ਇਹਦਾ ਜੀਵਨ ਸੁਹਾਵਣਾ ਹੋ ਜਾਂਦਾ ਹੈ। ਵਣ ਤਿੰਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ। ਪਰਮਾਤਮਾ ਸਮਰੱਥ ਹੈ, ਪੁਰਖ ਉਹ ਸਭ ਦੇ ਵਿੱਚ ਵਸਦਾ ਹੈ, ਅਪਾਰ ਉਹ ਬੇਅੰਤ ਹੈ। ਜਿਹੜਾ ਪਰਮਾਤਮਾ ਦੀ ਸੰਗਤ ਕਰਦਾ ਵਣ ਤਿੰਨ ਮੌਲਿਆ, ਸਾਰੀ ਬਨਸਪਤੀ ਖਿੜ ਉੱਠਦੀ ਹੈ, ਸਾਰੀ ਬਨਸਪਤੀ ਖਿੜ ਉੱਠਦੀ ਹੈ। ਕਿਉਂਕਿ ਮਨੁੱਖ ਤੋਂ ਬਿਨਾਂ ਜੋ ਕੁਛ ਵੀ ਪਰਮਾਤਮਾ ਨੇ ਬਣਾਇਆ ਹੈ ਉਹ ਪਰਮਾਤਮਾ ਦੇ ਆਸਰੇ ਨੇ। ਮਨੁੱਖ ਅੰਦਰ ਹਉਮੈ ਹੈ, ਇਸ ਲਈ ਹਉਮੈ ਹੋਣ ਕਰਕੇ ਪਰਮਾਤਮਾ ਤੋਂ ਵਿਛੜਿਆ ਹੋਇਆ ਹੈ। ਇਸੇ ਕਰਕੇ ਬਾਕੀ ਜੂਨਾਂ ਨਾਲ ਮਨੁੱਖ ਵਕਤ ਨੂੰ ਫੜਿਆ ਹੋਇਆ। ਮੇਰੇ ਭਾਈ ਸਾਹਿਬ ਕਹਿੰਦੇ ਕਈ ਵਾਰੀ ਹੱਸਦੇ ਕਿਆ ਕਰਦੇ ਸੀ, ਕਹਿੰਦੇ ਜੇ ਮੇਰੇ ਤੋਂ ਪਰਮਾਤਮਾ ਨੇ ਪੁੱਛਿਆ ਦੱਸ ਅਗਲਾ ਜੀਵਨ ਤੈਨੂੰ ਕੀ ਦਈਏ, ਮੈਂ ਕਹਾਂਗਾ ਜੀ ਮੈਨੂੰ ਸਵਰਗ ਨਰਕ ਦੀ ਨਹੀਂ ਪਰਵਾਹ ਕੋਈ,
ਬਸ ਮੈਨੂੰ ਦੁਬਾਰਾ ਮਨੁੱਖ ਨਾ ਤੂੰ ਬਣਾਈ, ਹੋਰ ਜਿਹੜੀ ਮਰਜ਼ੀ ਜੂਨੀ ਦੇ ਦੇ। ਕਹਿੰਦੇ ਸਾਰੀ ਉਮਰ ਵਕਤ ਹੀ ਵਕਤ ਹੈ ਮਨੁੱਖ ਨੂੰ ਦੇ, ਇਹਨੂੰ ਤਾਂ ਚੈਨ ਦਾ ਸਮਾਂ ਹੀ ਨਹੀਂ ਮਿਲਦਾ ਹੈ। ਕੋਈ ਘਰ ਵਾਲੀ ਕਰਕੇ ਦੁਖੀ ਹੈ, ਕੋਈ ਘਰ ਵਾਲੇ ਕਰਕੇ ਦੁਖੀ ਹੈ, ਕੋਈ ਧੀਆਂ ਪੁੱਤਾਂ ਤੋਂ ਦੁਖੀ ਹੈ, ਕੋਈ ਨੂੰਹਾਂ ਤੋਂ ਦੁਖੀ ਹੈ, ਕੋਈ ਕਾਸੇ ਤੋਂ ਦੁਖੀ ਹੈ। ਹਾਲਾਂਕਿ ਪਰਮਾਤਮਾ ਨੇ ਉਹਨੂੰ ਪੁੱਛਿਆ ਨਹੀਂ, ਉਹਨੇ ਦੱਸ ਦਿਨ ਕਿੱਥੇ ਭੇਜੀਏ, ਪਰ ਉਹਨਾਂ ਦਾ ਇਹ ਤਜਰਬਾ ਸੀ। ਕਹਿੰਦੇ ਮਨੁੱਖਾ ਜੀਵਨ ਦੇ ਦੁੱਖ ਹੀ ਦੁੱਖ ਨੇ, ਸਾਰੀ ਮਰਨ ਤੱਕ ਵਕਤ ਨੂੰ ਫੜੇ ਰਹੋ। ਕਹਿੰਦੇ ਤਾਂ ਜਾਨਵਰ ਠੀਕ ਹੈ, ਆਪਣਾ ਇੱਥੇ ਉੱਡੇ ਉਸ ਦਰਖਤ 'ਤੇ ਬਹਿ ਕੇ ਖਾਧਾ ਪੀਤਾ, ਫਿਰ ਸਵੇਰੇ ਚੀਂ ਕੀਤੀ, ਮਜ਼ਾ ਕੀਤੀ, ਫਿਕਰ ਨਹੀਂ ਫਾਕਰ ਨਹੀਂ। ਕਿਉਂਕਿ ਮਨੁੱਖ ਜਿਹੜਾ ਹੋਂ ਕਰਕੇ ਇਹ ਪਰਮਾਤਮਾ 'ਤੇ ਨਿਰਭਰ ਨਹੀਂ ਹੈ, ਇਸ ਕਰਕੇ ਇਹਨੂੰ ਸਾਰਾ ਸਿੜੀ ਸਿਆਪਾ ਆਪ ਕਰਨਾ ਪੈਂਦਾ। ਹੁਣ ਪੁਰਾਤਨ ਸਾਧੂ ਜਿਹੜੇ ਹੁੰਦੇ ਸਨ, ਉਹ ਜੰਗਲਾਂ 'ਚ ਰਹਿੰਦੇ ਸਨ। ਕਈ ਵਾਰੀ ਫਲਦਾਰ ਦਰਖਤ ਦੇ ਹੇਠਾਂ ਬੈਠੇ ਨੇ, ਉੱਤੋਂ ਮੰਨ ਲਓ ਅੰਬ ਦਾ ਦਰਖਤ, ਉਹਦੇ ਹੇਠਾਂ ਅੰਬ ਡਿੱਗਿਆ ਪੱਕਾ, ਜੇ ਤੇ ਸਾਧੂ ਦੇ ਕੋਲ ਆ ਕੇ ਡਿੱਗਿਆ ਫਿਰ ਤਾਂ ਚੱਕ ਕੇ ਖਾ ਲੈਂਦਾ ਸੀ, ਅਤੇ ਜੇ ਥੋੜ੍ਹੀ ਜਿਹੀ ਦੂਰ ਡਿੱਗਿਆ ਨਾ, ਸਾਧੂ ਉੱਠ ਕੇ ਨਹੀਂ ਸੀ ਜਾਂਦਾ ਖਾਣ। ਉਹ ਕਹਿੰਦਾ ਇਹ ਮੇਰੇ ਲਈ ਨਹੀਂ, ਜੋ ਮੇਰੀ ਪ੍ਰਰਬਤ 'ਚ ਹੋਵੇਗਾ, ਜੋ ਮੇਰੀ ਕਿਸਮਤ 'ਚ ਹੋਵੇਗਾ, ਉਹ ਮੈਨੂੰ ਆਪ ਆ ਕੇ ਮਿਲੇਗਾ, ਮੇਰੇ ਕੋਲ ਆ ਕੇ ਡਿੱਗੇਗਾ, ਮੈਂ ਉੱਠ ਕੇ ਕਿਉਂ ਜਾਵਾਂ ਉਹ ਖਾਣ। ਇੱਥੋਂ ਤੱਕ ਉਹਨਾਂ ਨੂੰ ਵਿਸ਼ਵਾਸ ਸੀ। ਇਹ ਤਾਂ ਕਰੋੜਾਂ 'ਚ ਕੋਈ ਇੱਕ ਅੱਧਾ ਇਨਸਾਨ ਹੁੰਦਾ ਜਿਹਨੂੰ ਪਰਮਾਤਮਾ 'ਤੇ ਵਿਸ਼ਵਾਸ ਹੋਵੇ ਕਿ ਇਹ ਮੇਰੀ ਹਰ ਦਮ ਸਹਾਇਤਾ ਕਰੇਗਾ। ਨਹੀਂ ਤਾਂ ਮਨੁੱਖ ਨੂੰ ਧੀਆਂ ਪੁੱਤਰਾਂ ਰਿਸ਼ਤੇਦਾਰਾਂ 'ਤੇ ਆਸ ਹੁੰਦੀ ਹੈ ਕਿ ਔਖੇ ਵੇਲੇ ਇਹ ਮੇਰੀ ਸਹਾਇਤਾ ਕਰਨਗੇ। ਹਰ ਮਿਲਣੇ ਨੂੰ ਮਨ ਲੋਚਦਾ, ਕਰਮ ਮਿਲਾਵਣ ਹਾਰ। ਮਨ ਤੇ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਪਰ ਮਿਲੇਗਾ ਕਿਵੇਂ? ਕਰਮ, ਪਰਮਾਤਮਾ ਦੀ ਬਖਸ਼ਿਸ਼ ਨਾਲ। ਮਨ ਹਰੀ ਨੂੰ ਮਿਲਣਾ ਚਾਹੁੰਦਾ ਹੈ, ਪਰ ਇਹ ਹਰੀ ਦੀ ਬਖਸ਼ਿਸ਼ ਨਾਲ ਮਿਲੇਗਾ। ਹਰੀ ਦੇ ਜਿਹੜੀ ਕਰਮ ਬਖਸ਼ਿਸ਼ ਹੈ ਨਾ, ਇਹੀ ਉਸ ਨੂੰ ਮਿਲਾਉਂਦੀ ਹੈ ਪਰਮਾਤਮਾ ਨਾਲ। ਅਸੀਂ ਤਾਂ ਨਾਮ ਜਪੀ ਜਾਣਾ, ਇੱਕ ਦਿਨ ਪਰਮਾਤਮਾ ਨੇ ਹੀ ਸਾਡੇ 'ਤੇ ਕਿਰਪਾ ਕਰਨੀ ਹੈ, ਆਪਣੇ ਨਾਲ ਮਿਲਾ ਲੈਣਾ ਹੈ। ਬਸ ਅਸੀਂ ਆਪਣੀ ਡਿਊਟੀ ਕਰੀ ਜਾਣੀ। ਸਿੱਖ ਆਪਣੀ ਡਿਊਟੀ ਕਰੇ, ਗੁਰੂ ਮਹਾਰਾਜ ਆਪਣੀ ਡਿਊਟੀ ਕਰਦੇ ਨੇ, ਪਰਮਾਤਮਾ ਆਪਣੀ ਡਿਊਟੀ ਕਰਦਾ। ਸਾਵਣ ਤਿਨਾ ਸੁਹਾਗਣੀ, ਜਿਨੀ ਸਖੀਏ ਪ੍ਰਭ ਪਾਇਆ, ਹੋਂ ਤਿਨ ਕੈ ਸਦ ਬਲਿਆਰ। ਹੇ ਸਖੀਏ, ਹੇ ਸਹੇਲੀਏ, ਜਿਨ੍ਹਾਂ ਨੇ ਪਰਮਾਤਮਾ ਨੂੰ ਪਾ ਲਿਆ, ਤਿਨ ਕੈ ਸਦ ਬਲਿਹਾਰ। ਮੈਂ ਤਾਂ ਸਦਾ ਬਲਿਹਾਰ ਜਾਂਦਾ, ਸਦਾ ਕੁਰਬਾਨ ਜਾਂਦਾ, ਸਦਕੇ ਜਾਂਦਾ। ਨਾਨਕ ਹਰ ਜੀ ਮਾਇਆ ਕਰ। ਇੱਕ ਹੁੰਦਾ ਮਾਇਆ, ਰੁਪਈਆ ਪੈਸਾ, ਇੱਕ ਹੈ ਮਾਇਆ, ਇਹ ਹਿੰਦੀ ਦਾ ਸ਼ਬਦ ਹੈ। ਮਾਇਆ ਮੈਨੇ ਕਿਰਪਾ। ਨਾਨਕ ਹਰ ਜੀ ਮਾਇਆ ਕਰ, ਸ਼ਬਦ ਸਵਾਰਨ ਹਾਰ। ਗੁਰੂ ਮਹਾਰਾਜ ਕਹਿੰਦੇ ਹਰ ਜੀ, ਹੇ ਪਰਮਾਤਮਾ ਮਾਇਆ ਕਰ, ਮੇਰੇ 'ਤੇ ਮਿਹਰ ਕਰ, ਸ਼ਬਦ ਦੇ ਰਾਹੀਂ ਮੇਰੇ ਜੀਵਨ ਨੂੰ ਸਵਾਰ ਦੇ। ਇਹ ਬਾਣੀ ਦੇ ਨਾਮ ਨੇ ਸਾਡੇ ਜੀਵਨ ਨੂੰ ਸਵਾਰਨਾ ਹੈ। ਸੁਧਰਿਆ ਹੋਇਆ ਜੀਵਨ ਹੀ ਸੁਖੀ ਜੀਵਨ ਹੁੰਦਾ। ਸੁਧਰਿਆ ਹੋਇਆ ਜੀਵਨ ਵਾਲਾ ਬੰਦਾ ਹੀ ਰੱਬ ਨੂੰ ਮਿਲਦਾ ਹੈ। ਕੁਚੱਜੇ ਨਹੀਂ ਮਿਲ ਸਕੇ ਕਦੇ ਰੱਬ ਨੂੰ। ਘਟੀਆ ਕਰਮ ਕਰਨ ਵਾਲੇ ਰੱਬ ਨੂੰ ਨਹੀਂ ਮਿਲ ਸਕਦੇ। ਇਹ ਤਾਂ ਨਾਮ ਜਪ ਜਪ ਕੇ ਜਦੋਂ ਮਨੁੱਖ ਆਪਣੇ ਆਪ ਨੂੰ ਸਵਾਰ ਲੈਂਦਾ ਹੈ, ਫਿਰ ਪਰਮਾਤਮਾ ਆਪੇ ਹੀ ਕਿਰਪਾ ਕਰ ਦਿੰਦਾ ਹੈ। ਸਾਵਣ ਤਿਨਾ ਸੁਹਾਗਣੀ, ਜਿਨ ਰਾਮ ਨਾਮ ਉਰ ਹਾਰ। ਉਰ ਹੁੰਦਾ ਹਿਰਦਾ।
ਜਿਨ੍ਹਾਂ ਨੇ ਰਾਮ ਨਾਮ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ 'ਚ ਹਾਰ ਬਣਾ ਲਿਆ ਹੈ, ਭਾਵ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਨਾ, ਕਹਿੰਦੇ ਉਹੀ ਅਸਲ ਸਾਵਣ ਦੇ ਮਹੀਨੇ ਸੁਹਾਗਣ ਨੇ। ਸੁਹਾਗਣ ਉਹੀ ਹੈ ਜਿਹਨੇ ਪਰਮਾਤਮਾ ਨੂੰ ਆਪਣੇ ਹਿਰਦੇ 'ਚ ਵਸਾ ਲਿਆ ਹੈ। ਸਿੱਖ ਨਿਰਾ ਉਹ ਨਹੀਂ ਹੁੰਦਾ ਜਿਹੜਾ ਗੁਰੂ ਦੇ ਕੋਲ ਰਹਿੰਦਾ ਹੈ, ਵੀ ਜਿਹੜਾ ਗੁਰੂ ਦੇ ਕੋਲ ਰਹਿੰਦਾ ਪਤਾ ਨਹੀਂ ਇਹੀ ਸਿੱਖ ਹੈ। ਹੋ ਸਕਦਾ ਕੋਲ ਰਹਿੰਦੇ ਹੋਏ ਸਿੱਖ ਨੂੰ ਗੁਰੂ ਮਾਰੇ ਪਿਆਰ ਹੀ ਨਾ ਕਰਦੇ ਹੋਣ, ਤੇ ਦੂਰ ਰਹਿੰਦੇ ਸਿੱਖ ਨੂੰ ਪਿਆਰ ਕਰਦੇ ਹੋਣ। ਇਸ ਲਈ ਕਹਿੰਦੇ ਮਨ ਕਰਕੇ ਹਾਜ਼ਰ ਰਹਿਣਾ ਜ਼ਰੂਰੀ ਹੁੰਦਾ ਹੈ। ਸਰੀਰ ਦੀ ਹਾਜ਼ਰੀ ਦੀ ਬਹੁਤੀ ਮਹਾਨਤਾ ਨਹੀਂ ਹੈ, ਮਨ ਦੀ ਹਾਜ਼ਰੀ ਦੀ ਮਹਾਨਤਾ। ਮੰਨ ਲਓ ਤੁਸੀਂ ਬੈਠੇ ਹੋ, ਕਥਾ ਵਾਰਤਾ ਸੁਣ ਰਹੇ ਹੋ, ਦੇਖਣ ਨੂੰ ਸੁਣ ਰਹੇ ਹੋ, ਪਰ ਤੁਹਾਡਾ ਮਨ ਬਾਜ਼ਾਰ 'ਚ ਗਿਆ ਹੋਇਆ ਹੈ, ਸ਼ਾਪਿੰਗ ਕਰ ਰਿਹਾ ਉੱਤੇ, ਖਰੀਦ ਰਿਹਾ, ਕੁਝ ਖਾ ਰਿਹਾ। ਸਰੀਰ 'ਤੇ ਬੈਠਾ ਗੁਰੂ ਦੇ ਸਾਹਮਣੇ, ਮਨ ਗੈਰ ਹਾਜ਼ਰ ਹੈ, ਇਸ ਲਈ ਉਹਦੇ ਸਰੀਰ ਦੀ ਹਾਜ਼ਰੀ ਹੀ ਨਹੀਂ ਲੱਗਦੀ। ਉਹ ਕਹਿੰਦੇ ਸੁਣ ਅਸੀਂ ਕੀ ਕਰਨਾ। ਮਨ ਦਾ ਹਾਜ਼ਰ ਹੋਣਾ ਹੀ ਅਸਲ ਹਾਜ਼ਰੀ ਹੈ। ਅੱਗੇ ਕਹਿੰਦੇ ਭਾਦੋਏ ਭਰਮ ਭੁਲਾਣੀਆਂ, ਦੂਜੈ ਲੱਗਾ ਹੇਤ, ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਕੇਤ, ਜਿਤ ਦਿਨ ਦੇ ਬਿਨਸ ਸੀ, ਤਿਤ ਵੇਲੇ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਮ, ਕਿਸੈ ਨ ਦੇਨੀ ਭੇਤ, ਛੱਡ ਖੜੋਤੇ ਖਿਨੇ ਮਾਹੇ, ਜਿਨ ਸਿਉ ਲੱਗਾ ਹੇਤ, ਹੱਥ ਮਰੋੜੈ ਤਨ ਕੰਪੇ। ਕਹਿੰਦੇ ਟਿੱਪੀ ਲਾ ਕੇ ਬੋਲਣਾ, ਹੱਥ ਮਰੋੜੈ ਤਨ ਕੰਪੇ, ਸਿਆਹੂ ਹੋਆ ਸੇਤ, ਸਿਆਹੂ ਆਹੇ ਤੇ ਟਿੱਪੀ, ਸਿਆਹੂ ਹੋਆ ਸੇਤ, ਜੇਹਾ ਬੀਜੈ ਸੋ ਲੁਣੇ, ਕਰਮਾ ਸੰਦੜਾ ਖੇਤ, ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਤ ਪ੍ਰਭ ਦੇਤ, ਸੇ ਭਾਦੋਏ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ। ਭਾਦੋ ਦੇ ਮਹੀਨਾ ਆ ਗਿਆ ਹੁਣ। ਕਹਿੰਦੇ ਭਰਮ ਭੁਲਾਣੀ, ਇਹ ਮਨੁੱਖ ਭਰਮ 'ਚ ਪੈ ਕੇ ਰੱਬ ਨੂੰ ਜਾਂਦਾ ਭੁੱਲ। ਜਦੋਂ ਭਰਮ ਪੈਂਦਾ ਫਿਰ ਦੂਜੇ ਲੱਗਾ ਹੇਤ, ਇਹਦਾ ਪਿਆਰ ਮਾਇਆ ਨਾਲ ਪੈ ਜਾਂਦਾ ਹੈ, ਇਹਦਾ ਪਿਆਰ ਸੰਸਾਰ ਨਾਲ ਪੈ ਜਾਂਦਾ ਹੈ। ਇਸ ਲਈ ਭਰਮ 'ਚ ਪੈ ਕੇ ਰੱਬ ਨੂੰ ਭੁੱਲ ਭੁਲਾ ਜਾਂਦਾ ਹੈ ਕਿ ਜੋ ਮੈਨੂੰ ਮਿਲੇਗਾ ਇਹ ਤਾਂ ਮਾਇਆ ਤੋਂ ਮਿਲੇਗਾ, ਆਪਣੇ ਰੱਬ ਤੋਂ ਕੀ ਲੈਣਾ। ਭਰਮ ਹੈ ਮਨੁੱਖ ਨੂੰ, ਇਹ 'ਚ ਕੋਈ ਸ਼ੱਕ ਨਹੀਂ। ਮਾਇਆ ਵੀ ਬੜੀ ਸ਼ਕਤੀਵਾਨ ਹੈ, ਮਾਇਆ 'ਚ ਵੀ ਬੜੀ ਸ਼ਕਤੀ ਹੈ। ਆ 2-3 ਅਮੀਰਾਂ ਨੇ ਸਾਰੀ ਭਾਰਤ ਸਰਕਾਰ ਹੀ ਖਰੀਦ ਲਈ, ਇੰਨੀ ਮਾਇਆ 'ਚ ਸ਼ਕਤੀ ਹੈ। ਮੈਂ ਇੱਕ ਵਾਰੀ ਕਹਿਣਾ ਵਾਹ ਮਾਇਆ ਕਿਆ ਬਾਤ ਹੈ, ਵੀ ਇੰਨੀ ਤੇਰੀ ਤਾਕਤ। ਰੱਬ ਵੀ ਝਾਕਦਾ ਹੋਣਾ ਵੀ ਆਹ ਕੀ ਹੋ ਗਿਆ, ਮੇਰੀ ਬਣਾਈ ਹੋਈ ਮਾਇਆ ਇੰਨੀ ਪ੍ਰਬਲ ਹੈ, ਇੰਨੀ ਪ੍ਰਬਲ। ਉਹ ਸੋਚਦਾ ਵੀ ਐਵੇਂ ਹੀ ਬਣਾਈ, ਆਪ ਹੀ ਬਣਾ ਕੇ ਉਹ ਮਾਇਆ ਨੇ ਪਹਿਲਾ ਕੰਮ ਕੀਤਾ ਵੀ ਤੈਨੂੰ ਰੱਬ ਨੂੰ ਹੀ ਭੁਲਾ ਦਿੰਦੇ। ਸ਼ੁਕਰਗੁਜ਼ਾਰ ਨਹੀਂ ਹੋਇਆ ਮਨੁੱਖ ਕਿ ਮੈਂ ਅਮੀਰ ਹਾਂ, ਇਹ ਮਾਇਆ ਮੈਨੂੰ ਪਰਮਾਤਮਾ ਦੀ ਬਖਸ਼ਿਸ਼ ਨਾਲ ਮਿਲੀ ਹੈ ਨਾ, ਉਹ ਤੇ ਭਰਮ 'ਚ ਹੈ। ਇਸ ਲਈ ਭਰਮ 'ਚ ਪੈ ਕੇ ਮਨੁੱਖ ਭੁੱਲ ਜਾਂਦਾ। ਦੂਜੇ ਲੱਗਾ ਹੇਤ, ਹੇਤ ਹੁੰਦਾ ਪਿਆਰ, ਉਹਦਾ ਮਾਇਆ ਨਾਲ ਪਿਆਰ ਪੈ ਜਾਂਦਾ ਹੈ। ਲੱਖ ਸ਼ਿੰਗਾਰ ਬਣਾਇਆ, ਕਾਰਜ ਨਾਹੀ ਖੇਤ,
ਹਾਰ ਸ਼ਿੰਗਾਰ ਔਰਤ ਹਮੇਸ਼ਾ ਆਪਣੇ ਪਤੀ ਲਈ ਕਰਦੀ ਹੈ। ਕੁਆਰੀ ਲੜਕੀ ਹਾਰ ਸ਼ਿੰਗਾਰ ਨਹੀਂ ਕਰਦੀ, ਵਿਆਹੀ ਹੋਈ ਕਰਦੀ ਹੈ। ਕਿਉਂ? ਹਾਰ ਸ਼ਿੰਗਾਰ ਸਿਰਫ ਤੇ ਸਿਰਫ ਪਤੀ ਲਈ ਕੀਤਾ ਜਾਂਦਾ ਹੈ। ਪਰ ਅੱਜ 99% ਬੀਬੀਆਂ ਜਿਹੜਾ ਹਾਰ ਸ਼ਿੰਗਾਰ ਕਰਦੀਆਂ, ਇਹ ਲੋਕਾਂ ਲਈ ਕਰਦੀਆਂ, ਇਹ ਲੋਕਾਂ ਲਈ ਕਰਦੀਆਂ। ਸੋ ਰੱਬ ਨਾਲ ਤੇ ਆਪਣੇ ਪ੍ਰਭੂ ਪਤੀ ਨਾਲ ਤਾਂ ਪਿਆਰ ਹੀ ਨਹੀਂ, ਪਿਆਰ ਤੇ ਮਾਇਆ ਨਾਲ ਹੈ। ਲੱਖ ਸ਼ਿੰਗਾਰ ਬਣਾਇਆ, ਲੱਖਾਂ ਪੈ ਹਾਰ ਸ਼ਿੰਗਾਰ ਕਰੋ, ਕਾਰਜ ਨਹੀਂ ਕੇਤੋ, ਤੇ ਕਿਸੇ ਕੰਮ ਹੀ ਕੋਈ ਨਹੀਂ। ਕਿਉਂ? ਉਹ ਹਾਰ ਸ਼ਿੰਗਾਰ ਪਰਮਾਤਮਾ ਆਪਣੇ ਪ੍ਰਭੂ ਪਤੀ ਲਈ ਕੀਤੇ ਹੀ ਨਾ, ਤੇ ਉਹ ਜਣੀ ਜਾਣੇ, ਉਹ ਤੇ ਜਾਣੀ ਜਾਣਾ ਜਿਹੜੇ ਹਾਰ ਸ਼ਿੰਗਾਰ ਕਰ ਰਹੀ ਹੈ ਨਾ, ਇਹ ਤਾਂ ਮਾਇਆ ਨਾਲ ਪ੍ਰੇਮ ਹੈ, ਮੇਰੇ ਨਾਲ ਤਾਂ ਇਹਦਾ ਪ੍ਰੇਮ ਹੀ ਨਹੀਂ ਹੈ। ਇਸ ਲਈ ਉਹਦੇ ਕਿਸੇ ਕੰਮ ਹਾਰ ਸ਼ਿੰਗਾਰ ਨਹੀਂ ਕੀਤੇ ਹੁੰਦੇ। ਜਿਤ ਦਿਨ ਦੇ ਬਿਨਸ ਸੀ, ਬਿਨਸਨ ਜਾਣਾ ਦਾ ਖਤਮ ਹੋ ਜਾਣਾ। ਜਿਸ ਦਿਨ ਇਹ ਸਰੀਰ ਖਤਮ ਹੋ ਜਾਏਗਾ, ਭਾਵ ਮਰ ਜਾਏਗਾ, ਤਿਤ ਵੇਲੇ ਕਹਿਸਨ ਪ੍ਰੇਤ, ਉਸ ਵੇਲੇ ਲੋਕ ਕਹਿਣਗੇ ਇਹ ਤੇ ਪ੍ਰੇਤ ਹੈ, ਇਹ ਤੇ ਮਰ ਗਿਆ ਹੈ, ਮਰ ਗਿਆ ਹੈ। ਫਿਰ ਕਾਢੋ ਕਾਢੋ ਹੋਈ ਵੀ ਦਿਨ ਛਿਪਣ ਤੋਂ ਪਹਿਲਾਂ ਪਹਿਲਾਂ ਚਲੋ ਜੀ ਸੰਸਕਾਰ ਕਰੋ, ਰਾਤ ਨੂੰ ਕਰਨ ਨਹੀਂ ਦੇਣਾ ਕਿਸੇ ਨੇ। ਹਿੰਦੁਸਤਾਨ ਦਾ ਕਾਨੂੰਨ ਹੈ ਕਿ ਤੁਸੀਂ ਰਾਤ ਨੂੰ ਸੰਸਕਾਰ ਨਹੀਂ ਕਰ ਸਕਦੇ। ਕੀ ਪਤਾ ਤੁਸੀਂ ਆਪ ਹੀ ਮਾਰ ਕੇ ਆਪ ਹੀ ਰਾਤੇ ਰਾਤੇ ਫੂਕ ਦਿਓ ਉਸ ਨੂੰ। ਇਸ ਕਰਕੇ ਸਰਕਾਰ ਨੇ ਕਿਹਾ ਕਿ ਦਿਨ ਛਿਪਣ ਤੋਂ ਬਾਅਦ ਕੋਈ ਸੰਸਕਾਰ ਨਹੀਂ ਕਰ ਸਕਦੇ। ਮੜੀਆਂ ਵਾਲੇ ਵੀ ਜਵਾਬ ਦੇ ਦਿੰਦੇ ਹਨ ਵੀ ਦਿਨ ਛਿਪ ਗਿਆ, ਹੁਣ ਨਹੀਂ ਜੀ, ਕੱਲ੍ਹ ਨੂੰ ਲਿਆਓ। ਪੁਲਿਸ ਵਾਲੇ ਸਾਨੂੰ ਫੜ ਕੇ ਲੈ ਜਾਵੇ, ਤੁਸੀਂ ਕਿਉਂ ਕੀਤਾ, ਤੁਹਾਨੂੰ ਨਹੀਂ ਪਤਾ। ਜਿਵੇਂ ਕਈ ਮੇਰੇ ਕੋਲ ਆ ਜਾਣਗੇ, ਬਾਬਾ ਜੀ ਕਿਰਪਾ ਕਰਕੇ ਦੱਸ ਦਿਓ ਜਿਹੜਾ ਮੇਰੇ ਪੇਟ 'ਚ ਬੱਚਾ ਹੈ, ਲੜਕਾ ਹੈ ਕਿ ਲੜਕੀ ਹੈ। ਮੈਂ ਕਿਉਂ? ਮੈਂ ਜੇਲ੍ਹ ਜਾਣਾ। ਕਹੇ ਜੀ ਐਂ ਕਿਵੇਂ ਚਲੇ ਜਾਓਗੇ? ਮੈਂ ਮੰਨ ਲਓ ਮੈਂ ਕਹਿਣਾ ਬੀਬੀ ਤੇਰੇ ਲੜਕੀ ਹੋਣੀ ਹੈ ਅਤੇ ਤੂੰ ਚਲੀ ਗਈ ਅਬੋਰਸ਼ਨ ਕਰਾਉਣ। ਉੱਥੇ ਜਿਸ ਡਾਕਟਰ ਤੋਂ ਅਬੋਰਸ਼ਨ ਕਰਾ ਰਹੀ ਹੈ ਉੱਥੇ ਪੈ ਗਿਆ ਛਾਪਾ, ਡਾਕਟਰ ਨੂੰ ਵੀ ਫੜ ਲੈਣਗੇ। ਤੈਨੂੰ ਪੁੱਛਣਗੇ ਵੀ ਤੈਨੂੰ ਕਿਵੇਂ ਪਤਾ ਤੇਰੇ ਲੜਕੀ ਹੈ? ਜੀ ਮੈਨੂੰ ਬਾਬਾ ਜੀ ਦੱਸਿਆ ਸੀ। ਆ ਜਾ ਸਜਣਾ, ਆ ਜਾ ਤੂੰ। ਵੀ ਜਦੋਂ ਡਾਕਟਰਾਂ ਨੂੰ ਦੱਸਣਾ ਮਨ੍ਹਾ ਕੀਤਾ, ਖਬਰਦਾਰ ਜੇ ਤੁਸੀਂ ਲਿੰਗ ਦੱਸਿਆ ਵੀ ਲੜਕੀ ਹੈ ਕਿ ਲੜਕਾ ਹੈ। ਡਾਕਟਰ ਦੇਖੋ ਸਾਰੇ ਹਸਪਤਾਲ ਲਿਖ ਕੇ ਲਾਇਆ ਹੁੰਦਾ, ਇੱਥੇ ਬੱਚੇ ਦਾ ਲਿੰਗ ਨਹੀਂ ਦੱਸਿਆ ਜਾਂਦਾ ਵੀ ਲੜਕਾ ਹੈ ਕਿ ਲੜਕੀ ਹੈ। ਮੈਂ ਕਿਉਂ? ਨਹੀਂ ਜੀ ਅਸੀਂ ਕਿਸੇ ਨੂੰ ਨਹੀਂ ਦੱਸਦੇ। ਮੈਂ ਕਮਲਾ ਕੋਈ ਜਦੋਂ ਪੈਂਦੇ ਨੇ ਪੁਲਿਸ ਦੇ ਡੰਡੇ ਵੱਡੇ ਵੱਡੇ ਮੰਨ ਜਾਂਦੇ ਨੇ। ਮੈਂ ਤੂੰ ਕਿਤੇ ਵਿਚਾਰੀ ਬੀਬੀ, ਮੈਂ ਇਹ ਕੰਮ ਨਹੀਂ ਹੁੰਦਾ। ਮੈਂ ਲੜਕਾ ਹੋਵੇ ਲੜਕੀ, ਮੈਨੂੰ ਇਸ ਨਾਲ ਕੋਈ ਲੈਣ ਦੇਣਾ ਨਹੀਂ ਹੈ। ਤੁਹਾਡੀਆਂ ਨਜ਼ਰਾਂ 'ਚ ਲੜਕੇ ਦੀ ਮਹਾਨਤਾ ਹੋਏਗੀ, ਮੇਰੀਆਂ ਨਜ਼ਰਾਂ 'ਚ ਲੜਕੇ ਦੀ ਕੋਈ ਮਹਾਨਤਾ ਨਹੀਂ। ਮੇਰੀਆਂ ਨਜ਼ਰਾਂ 'ਚ ਲੜਕਾ ਲੜਕੀ ਬਰਾਬਰ ਨੇ। ਜਿਵੇਂ ਇੱਕ ਘਰ 'ਚ ਮੈਂ ਗਿਆ, ਮੈਂ ਬੈਠਾ ਕੁਦਰਤ, ਉਹ ਕੋਈ ਰੋਟੀ ਰਾਟੀ ਅੰਦਰ ਲੈਣ ਗਏ ਹੋਣਗੇ, ਇੱਕ ਲੜਕਾ ਇੱਕ ਲੜਕੀ ਹੈ। ਲੜਕੀ ਵੱਡੀ ਹੈ, ਲੜਕਾ ਛੋਟਾ। ਲੜਕੇ ਨੇ ਆਪਣੀ ਭੈਣ ਦੇ ਥੱਪੜ ਮਾਰਿਆ। ਮੈਂ ਕਿਹਾ ਸੁਣ ਕੁੜੀਏ, ਜੇ ਤੂੰ ਐ ਥੱਪੜ ਗਏ ਤੈਨੂੰ ਰੋਜ਼ ਕੁੱਟੂਗਾ, ਇਹਦੇ 2 ਮਾਰ ਦੇ, ਮੈਂ ਜਾਣਾ, ਮੇਰਾ ਕੰਮ ਜਾਣਾ। ਉਹਨੂੰ ਮੰਨ ਲਿਓ, ਉਹਨੇ ਇੱਕ ਸੱਜੇ ਪਾਸੇ ਦਾ ਮਾਰਿਆ, ਇੱਕ ਖੱਬੇ ਪਾਸੇ ਦਾ ਮਾਰਿਆ, ਬਾਂ ਕਰਦਾ ਜਾਂਦਾ। ਮੈਂ ਜਾਣਦੇ ਨੂੰ ਫਿਰ ਜੇ ਤੈਨੂੰ ਮਾਰੇਗਾ ਫਿਰ ਕੁੱਟਦੀ, 2-3 ਵਾਰੀ ਕੁੱਟਦੀ, ਟੱਲੀ ਅੰਗ ਹੋ ਜਾਏਗਾ। ਮੈਂ ਅਸਮਾਨੋਂ ਡਿੱਗਿਆ। ਇਹ ਬਾਪੂ ਬੇ ਪੁੱਛ ਜੀ ਕਰਦੇ ਰਹਿੰਦੇ ਨੇ, ਪੁੱਤਰ ਵਿਗਾੜ ਲੈਂਦੇ ਨੇ। ਪੁੱਤਰਾਂ ਨੂੰ ਵਿਗਾੜਨ ਦੇ ਅਸੀਂ ਆਪ ਜ਼ਿੰਮੇਵਾਰ ਹਾਂ। ਉਹੀ ਪੁੱਛ ਜੀ ਕਰੀ ਜਾਵੇ। ਤੁਹਾਡੇ ਸਾਹਮਣੇ ਇੱਕ ਛੋਟਾ ਜਵਾਕ ਆਪਣੀ ਭੈਣ ਨੂੰ ਥੱਪੜ ਮਾਰੇ ਤੇ ਤੁਸੀਂ ਕੁਛ ਕਹੀ ਨਹੀਂ ਉਹਨੂੰ ਰਹੇ। ਮਾਰੋ ਇਹ ਜਦੋਂ ਆਪੇ ਠੀਕ ਹੋ ਜਾਣਗੇ। ਜਿਵੇਂ ਕੋਈ ਬੱਚਾ ਆ ਜਾਂਦਾ ਤੇ ਮਾਵਾਂ ਦੇ ਨਾਲ ਅਰਦਾਸ ਕਰਾਉਣ, ਮੇਰੇ ਸੋਫੇ 'ਤੇ ਪੈਰ ਧਰ ਲੈ, ਮੈਂ ਪੈਰ ਹੇਠਾਂ ਕਰੋ, ਬੈਠਣ ਦੀ ਜਾਚ ਸਿੱਖੋ ਪਹਿਲਾਂ।
ਮੈਂ ਬੀਬੀ ਤੁਸੀਂ ਬੱਚੇ ਨੂੰ ਸਮਝਾ ਕੇ ਨਹੀਂ ਲਏ ਕਿ ਸੋਫਿਆਂ 'ਤੇ ਟੱਪੀ ਦਾ ਨਹੀਂ ਹੁੰਦਾ, ਸੋਫੇ ਦੇ ਉੱਤੇ ਬੈਠੀ ਦਾ ਨਹੀਂ ਪੈਰ ਧਰ ਕੇ। ਇਹਨਾਂ ਨੂੰ ਸਾਫ਼ ਕੌਣ ਕਰੇਗਾ? ਇਹ ਤਾਂ ਮਿਲ ਜਾਣਗੇ। ਮੈਂ ਮੇਰੇ ਕਾਰਨ ਖਬਰਦਾਰ ਕਿਸੇ ਬੱਚੇ ਨੇ ਮੇਰੇ ਸੋਫੇ 'ਤੇ ਪੈਰ ਰੱਖੇ, ਬੈਠੋ ਜੀ ਬੈਠੋ, ਬੜੀ ਖੁਸ਼ੀ ਨਾਲ ਬੈਠੋ, ਇਹ ਬੈਠਣ ਲਈ ਡਾਏ ਨੇ। ਕਿਸੇ ਬੱਚੇ ਨੂੰ ਮੈਂ ਉਹਦੀ ਝਿੜਕ ਦੇਣਾ, ਮੈਂ ਪੈਰ ਹੇਠਾਂ ਕਰੋ, ਚੱਲ ਬਾਹਰ ਭੱਜੋ। ਪਹਿਲਾਂ ਬੈਠਣਾ ਸਿੱਖੋ, ਸੋਫੇ 'ਤੇ ਬੈਠੀ ਦਾ ਕਿਵੇਂ। ਜੇ ਕਈ ਘਰਾਂ ਮੈਂ ਸੋਫਿਆਂ 'ਤੇ ਸਿਆਹੀ ਫੇਰੀ ਹੋਈ ਜਵਾਕਾਂ ਨੇ, ਕਾਂਟੇ ਜੇ ਪੈਨ ਨਾਲ ਲਾ ਰੱਖੇ ਨੇ। ਵੀ ਤੁਸੀਂ ਦੱਸੋ ਕਿ ਮਾਂ ਪਿਓ ਨੂੰ ਆਪ ਹੀ ਚੱਜ ਨਹੀਂ, ਉਹ ਬੱਚੇ ਨੂੰ ਚੱਜ ਕਿੱਥੋਂ ਦੇਣਗੇ? ਫਿਰ ਮੈਂ ਕਹਿ ਰਿਹਾ ਮਤਲਬ ਮਾਂ ਪਿਓ ਨਹੀਂ ਚੱਜ ਨਹੀਂ ਹੈ, ਇਹਨਾਂ ਨੂੰ ਆਪ ਹੀ ਚੱਜ ਨੇ, ਇਹਨਾਂ ਬੱਚਿਆਂ ਨੂੰ ਚੱਜ ਕੀ ਦੇਣਾ? ਕੁਚੱਜੇ ਜੇ ਪੈਦਾ ਕਰਤੇ, ਕੁਚੱਜਿਆਂ ਨੇ ਕੁਚੱਜੇ ਪੈਦਾ ਕਰਤੇ। ਸਮਾਜ ਦੇ ਵਿੱਚ ਇੰਨਾ ਦੁੱਖ ਤਕਲੀਫ ਸ਼ੁਰੂ ਹੋ ਗਈ, ਇਹ ਕੁਚੱਜਿਆਂ ਕਾਰਨ ਹੀ ਹੈ। ਸੋ ਗੁਰੂ ਮਹਾਰਾਜ ਕਹਿੰਦੇ ਜਿਤ ਦਿਨ ਦੇ ਬਿਨਸ ਸੀ, ਜਿਸ ਦਿਨ ਇਹ ਸਰੀਰ ਨੇ ਬਿਨਸਣਾ ਨਾ, ਤਿਤ ਵੇਲੇ ਕੈਸਨ ਪ੍ਰੇਤ, ਉਹ ਤੈਨੂੰ ਕਹਿੰਦੇ ਪ੍ਰੇਤ ਕਹਿਣਗੇ। ਪ੍ਰੇਤ ਭੂਤ ਪ੍ਰੇਤ ਹੈ ਜੀ। ਉਹੀ ਮਾਂ ਪਿਓ ਜਿਹਨੂੰ ਕਹਿੰਦਾ ਹਾਏ ਬਾਪੂ ਵੇ ਤੂੰ ਮਰ ਗਿਆ ਵੇ, ਹੁਣ ਸਾਡਾ ਕੀ ਬਣੇਗਾ ਵੇ। ਬਹਿਣ ਪਾਉਂਦੀ ਰਾਤ ਨੂੰ ਬਾਪੂ ਦੀ ਰੂਹ ਮਿਲਣ ਆ ਜਾਏ ਨਾ, ਫਿਰ ਮੇਰੇ ਕੋਲ ਆਉਣਗੇ, ਸਾਨੂੰ ਮਰਿਆ ਹੋਇਆ ਬਾਪੂ ਦਿਸਦਾ ਜੀ, ਕੋਈ ਪਾਠ ਦਿਓ ਜੀ, ਦਿਸੇ ਨਾ ਮੁੜ ਕੇ। ਮੈਂ ਉਸ ਵੇਲੇ ਤੁਸੀਂ ਰੋ ਰਹੇ ਸੀ, ਹਾਏ ਬਾਪੂ ਵੇ ਤੇਰੇ ਬਿਨਾਂ ਸਾਡਾ ਕੀ ਬਣੇਗਾ ਵੇ। ਮੈਂ ਉਹ ਹੁਣ ਤੁਹਾਨੂੰ ਮਿਲਣ ਆ ਗਿਆ ਅਤੇ ਤੁਸੀਂ ਡਰ ਗਏ ਹੋ, ਹੁਣ ਭੂਤ ਪ੍ਰੇਤ ਹੋ ਗਿਆ। ਤਿਤ ਵੇਲੇ ਕੈਸਨ ਪ੍ਰੇਤ ਆਉਂਦੇ ਮੇਰੇ ਕੋਲ ਬੜੇ। ਮੈਂ ਕੋਈ ਨਹੀਂ ਤੈਨੂੰ ਕੁਛ ਕਿਹਾ ਤਾਂ ਨਹੀਂ, ਕਹਿ ਨਹੀਂ ਕਿਹਾ ਤਾਂ ਕੁਛ ਨਹੀਂ। ਮੈਂ ਫਿਰ ਸਗੋਂ ਜੇ ਤੁਸੀਂ ਉਸ ਵੇਲੇ ਸੁਚੇਤ ਹੋ ਥੋੜ੍ਹਾ ਪੁੱਛੋ, ਹਾਂਜੀ ਪਿਤਾ ਜੀ ਤੁਸੀਂ ਕਿੱਥੋਂ ਆਏ ਹੋ, ਤੁਹਾਨੂੰ ਕੀ ਚਾਹੀਦਾ? ਜੇ ਮੇਰਾ ਵੱਡਾ ਭਰਾ ਸਵਰਗਵਾਸ ਹੋ ਗਿਆ, ਉਹ ਆਪਣੇ ਮੁੰਡੇ ਕੋਲ ਆਇਆ, ਚਲੋ ਕੁਦਰਤੀ ਨੇ ਪੁੱਛਿਆ ਹਾਂਜੀ ਡੈਡੀ ਜੀ ਕਿਵੇਂ ਆਏ ਹੋ? ਕਹਿੰਦੇ ਯਾਰ ਤੂੰ ਆਪ ਰੋਟੀ ਖਾਈ ਜਿਹੜਾ, ਮੈਨੂੰ ਰੋਟੀ ਨਹੀਂ ਦਿੰਦਾ ਖਾਣ ਨੂੰ। ਹੁਣ ਉਹ ਤਾਂ ਰੂਹ ਸੀ, ਉਹ ਵਿਚਾਰਾ ਕਿਵੇਂ ਖਵਾਵੇ ਉਸ ਨੂੰ। ਮੈਨੂੰ ਟੈਲੀਫੋਨ ਕੀਤਾ ਪਿੰਡੋਂ, ਬਾਬਾ ਜੀ ਵਿਸਰ ਡੈਡੀ ਆਏ ਸਨ ਅਤੇ ਉਹ ਕਹਿੰਦੇ ਤੂੰ ਆਪ ਰੋਟੀ ਖਾ ਰਿਹਾ, ਮੈਨੂੰ ਖਾਣ ਨੂੰ ਨਹੀਂ ਦਿੰਦਾ। ਮੈਂ ਤੂੰ ਗੁਰਦੁਆਰਾ ਸਾਹਿਬ ਜਾ ਜਿਹੜਾ ਤੁਹਾਡੇ ਪਿੰਡ ਦਾ, ਉੱਥੇ ਜਿਹੜੇ ਗ੍ਰੰਥ ਸੀ ਉਹਨੂੰ ਪੁੱਛ ਤੁਸੀਂ ਪਰਿਵਾਰ ਦੇ ਕਿੰਨੇ ਮੈਂਬਰ ਹੋ, ਉਹਨੇ ਮੈਂਬਰਾਂ ਦਾ ਪ੍ਰਸ਼ਾਦਾ ਤਿਆਰ ਕਰਕੇ ਉਹ ਲੈ ਜਾਓ ਜੀ, ਵੀ ਆਹ ਲੰਗਰ ਛਕੋ ਜੀ ਸਾਡੇ ਵੱਲੋਂ, ਅਤੇ ਆਪ ਹੀ ਮਨ 'ਚ ਅਰਦਾਸ ਕਰਨੀ ਹੈ ਵੀ ਪਿਤਾ ਜੀ ਆਹ ਤੁਸੀਂ ਲੰਗਰ ਛਕੋ, ਮੈਂ ਫਿਰ ਨਹੀਂ ਤੇ ਤੋਂ ਆ ਕੇ ਮੰਗੇਗਾ। ਅਤੇ ਕਿੰਨਾ ਸਮਾਂ ਗਿਆ, ਮੁੜ ਕੇ ਨਹੀਂ ਆ ਕੇ ਮੰਗਿਆ। ਪੁੱਛ ਲਓ ਮੈਂ ਜੇ ਆਇਆ ਤਾਂ ਕੋਈ। ਹਾਂ ਜੇ ਤੁਹਾਨੂੰ ਦਬਾਅ ਪਾਉਂਦਾ, ਤੁਹਾਡਾ ਕੋਈ ਗਲ ਕੁੱਟਦਾ ਹੈ, ਤੁਹਾਡੀ ਛਾਤੀ ਕੁੱਟਦਾ ਹੈ, ਫਿਰ ਇਹਦਾ ਮਤਲਬ ਹੈ ਉਹ ਤੁਹਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਰੂਹ, ਫਿਰ ਮੈਂ ਹੋਰ ਤਰ੍ਹਾਂ ਦਾ ਪਾਠ ਦੇਵਾਂਗਾ ਤਾਂ ਜੋ ਰੂਹ ਭੱਜ ਜਾਵੇ ਤੁਹਾਡੇ ਘਰੋਂ। ਸੋ ਇਸ ਲਈ ਕਹਿੰਦਾ ਜਦੋਂ ਸਰੀਰ ਬਿਨਸਣ ਉਸ ਵੇਲੇ ਤਾਂ ਕਹਿੰਦੇ ਤੈਨੂੰ ਪ੍ਰੇਤ ਕਹਿਣਾ। ਪਕੜ ਚਲਾਇਣ ਦੂਤ ਜਮ, ਕਿਸੇ ਨਾ ਦੇਣੀ ਭੇਤ। ਯਮ ਰਾਜ ਦੇ ਜਿਹੜੇ ਦੂਤ ਜਦੋਂ ਆਏ ਨਾ, ਜਿਹਨਾਂ ਜਮਦੂਤ ਕਹਿੰਦੇ ਨੇ, ਉਹਨਾਂ ਨੇ ਫੜ ਕੇ ਅੱਗੇ ਲਾ ਲੈਣੇ। ਪਕੜ ਚਲਾਏ ਨੂੰ ਉਹਨਾਂ ਨੇ ਫੜ ਕੇ ਅੱਗੇ ਲਾ ਲੈਣਾ, ਕਿਸੇ ਨਾਲ ਦੇਣੀ ਭੇਤ, ਅਤੇ ਕਿਸੇ ਨੂੰ ਦੱਸਣਾ ਨਹੀਂ ਉਹਨੇ ਅਸੀਂ ਨੂੰ ਕਿੱਥੇ ਲੈ ਚੱਲੇ ਹਾਂ। ਕਈ ਵਾਰੀ ਪੁਲਿਸ ਵਾਲੇ ਗੱਡੀ ਲੈ ਕੇ ਆਉਂਦੇ ਨੇ, ਜੀਪ, ਬਸ ਬੰਦੇ ਨੂੰ ਜਿੱਥੇ ਮਿਲ ਗਿਆ ਜਿਹਨੂੰ ਫੜਨਾ ਹੁੰਦਾ ਘਰ 'ਚ, ਜੇ ਕੱਛੇ 'ਚ ਬੈਠੇ ਨੂੰ ਕੱਛੇ 'ਚ ਚੱਕ ਕੇ ਜੀਪ ਸੁੱਟ ਲੈਣਗੇ, ਕੋਈ ਨਹੀਂ ਕੱਪੜੇ ਤੈਨੂੰ ਉੱਥੇ ਹੀ ਪਵਾਵਾਂਗੇ ਜਾ ਕੇ। ਅਤੇ ਜੇ ਘਰ ਦੇ ਜੀਪ ਪੁੱਛਦੇ ਨੇ ਕਿੱਥੇ ਲੈ ਚੱਲੇ ਹੋ, ਕਹਿੰਦੇ ਆਪੇ ਤੁਹਾਨੂੰ ਬਾਅਦ 'ਚ ਪਤਾ ਲੱਗ ਜਾਏਗਾ, ਦੱਸਦੇ ਨਹੀਂ ਕਿੱਥੇ ਲੈ ਕੇ ਚੱਲੇ। ਫਿਰ ਉਹਨੇ ਬਾਣੀ ਯਾਦ ਆ ਜਾਂਦੀ, ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਣੀ ਭੇਤ, ਕਿਸੇ ਨੂੰ ਦੱਸਦੇ ਵੀ ਨਹੀਂ ਅਸੀਂ ਨੂੰ ਕਿੱਥੇ ਲੈ ਚੱਲੇ ਹਾਂ। ਛੱਡ ਖੜੋਤੇ ਖਿਨੇ ਮਾਹੇ, ਜਿਨ ਸੋਂ ਲੱਗਾ ਹੇਤ, ਹੇਤ ਮਨੇ ਪਿਆਰ, ਜਿਨ੍ਹਾਂ ਨਾਲ ਇਹਦਾ ਪਿਆਰ ਸੀ ਉਹ ਤਾਂ ਇੱਕ ਸੈਕਿੰਡ 'ਚ ਛੱਡ ਕੇ ਖੜ੍ਹੇ ਹੋ ਗਏ। ਕਿਉਂ ਮਰ ਗਏ ਹੁਣ, ਉਹ ਕੀ ਕਰਨ, ਉਹ ਕਦੇ ਛੱਡ ਕੇ ਖੜ੍ਹੇ ਹੋ ਜਾਂਦੇ ਨੇ। ਹੁਣ ਮਰਨ ਵੇਲੇ ਕੀ ਕਰਦਾ, ਜਮਦੂਤ ਆ ਕੇ ਨਾ ਹੁਣ ਪਤਾ ਲੱਗਾ ਲੈ ਕੇ ਜਾਣਗੇ। ਹੱਥ ਮਰੋੜ ਹੈ, ਆਪਣੇ ਹੱਥ ਮਰੋੜ ਦਾ ਡਰ ਨਾਲ, ਤਨ ਕੰਪੇ,
ਉਹਦਾ ਸਰੀਰ ਕੰਬਦਾ ਹੈ। ਕਿਉਂ? ਡਰ ਲੱਗਦਾ। ਦੋ ਵੇਲੇ ਸਰੀਰ ਕੰਬਦਾ, ਜਾਂ ਤਾਂ ਠੰਡ ਨਾਲ ਅਤੇ ਜਾਂ ਡਰ ਨਾਲ। ਡਰ ਨਾਲ ਵੀ ਸਾਡੇ ਰੌਂਗਟੇ ਖੜ੍ਹੇ ਹੋ ਜਾਂਦੇ ਨੇ, ਹੁਣ ਠੰਡ ਨਾਲ ਵੀ ਖੜ੍ਹੇ ਹੋ ਜਾਂਦੇ ਨੇ। ਉਹ ਫਿਰ ਡਰ ਜਾਂਦਾ ਵੀ ਆ ਕੇ ਜੰਮ। ਉਹਨਾਂ ਨੇ ਆਰਾਮ ਨਾਲ ਤਾਂ ਲਿਜਾਣੇ ਨਹੀਂ। ਜਿੰਦ ਨਿਮਾਣੀ ਕੱਢੀਏ ਹੱਡਾਂ ਕੂੰ ਕੜਕਾਏ। ਉਹ ਤਾਂ ਹੱਡਾਂ ਨੂੰ ਕੜਕਾ ਕੇ ਜਿੰਦ ਵਿੱਚੋਂ ਕੱਢ ਕੇ ਲੈਂਦੇ। ਉਦੋਂ ਫਿਰ ਔਖਾ ਹੁੰਦਾ, ਦੁਖੀ ਹੁੰਦਾ। ਉਹਦੇ ਫਿਰ ਹੱਥ ਮਰੋੜਦਾ ਹੈ, ਸਰੀਰ ਉਹਦਾ ਕੰਬਦਾ ਹੈ। ਸਿਆਹੋਂ ਹੋਆ ਸੇਤ, ਸਿਆਹ ਕਾਲੇ ਨੂੰ ਕਹਿੰਦੇ, ਸੇਤ ਚਿੱਟੇ ਨੂੰ ਕਹਿੰਦੇ। ਉਹਦਾ ਰੰਗ ਕਦੇ ਕਾਲਾ ਹੁੰਦਾ, ਕਦੇ ਚਿੱਟਾ ਹੁੰਦਾ। ਰੰਗ ਉੜ ਜਾਂਦਾ ਡਰ ਨਾਲ। ਡਰ ਨਾਲ ਚਿਹਰੇ ਦਾ ਰੰਗ ਉੜ ਜਾਂਦਾ ਹੈ। ਡਰੇ ਹੋਏ ਬੰਦੇ ਦਾ ਚਿਹਰਾ ਦੇਖਣ ਵਾਲਾ ਹੁੰਦਾ। ਕਾਲੇ ਰੰਗ ਤੇ ਚਿੱਟਾ ਰੰਗ ਹੋ ਜਾਂਦਾ ਹੈ ਡਰ ਨਾਲ। ਚੇਹਾ ਬੀਜੈ ਸੋ ਲੁਣੇ, ਕਰਮਾ ਸੰਦੜਾ ਖੇਤ। ਇਹ ਸਾਡੇ ਜਿਹੜਾ ਜੀਵਨ ਹੈ ਇੱਕ ਖੇਤ ਹੈ। ਜਿਹੋ ਜਿਹੇ ਅਸੀਂ ਕਰਮ ਕਰਾਂਗੇ ਉਹੋ ਜਿਹੇ ਹੀ ਵੱਢਾਂਗੇ। ਕਿਉਂਕਿ ਇਹ ਜੀਵਨ ਸਰੀਰ ਇੱਕ ਖੇਤ ਹੈ। ਖੇਤ ਵਿੱਚ ਤੁਸੀਂ ਜੋ ਬੀਜੋਗੇ ਉਹੀ ਵੱਢੋਗੇ ਨਾ। ਕਣਕ ਬੀਜੋਗੇ ਕਣਕ ਵੱਢੋਗੇ, ਛੋਲੇ ਬੀਜੋਗੇ ਛੋਲੇ ਵੱਢੋਗੇ, ਚੌਲ ਬੀਜੋਗੇ ਚੌਲ ਵੱਢੋਗੇ। ਇਹ ਕਰਮਾਂ ਸੰਦੜਾ ਖੇਤ ਹੈ, ਇਹ ਕਰਮਾਂ ਦਾ ਖੇਤ ਹੈ। ਜਿਹੋ ਜਿਹੇ ਕਰਮ ਬੀਜੋਗੇ ਸੋ ਲੁਣੇ, ਉਹੋ ਜਿਹੇ ਵੱਢੋਗੇ। ਐ ਯੂ ਸੋ ਸ਼ੈਲ ਯੂ ਰੀਪ, ਬਾਈਬਲ ਕਹਿੰਦੀ ਹੈ। ਸੋ ਹੁੰਦਾ ਬੀਜਣਾ, ਰੀਪ ਹੁੰਦਾ ਵੱਢਣਾ। ਐਜ਼ ਯੂ ਸੋ, ਜਿਹੋ ਜਿਹਾ ਤੁਸੀਂ ਬੀਜ ਰਹੇ ਹੋ, ਸ਼ੈਲ ਯੂ ਰੀਪ, ਉਹੀ ਤੁਸੀਂ ਵੱਢੋਗੇ। ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਗੁਰੂ ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਦੀ ਸ਼ਰਨ 'ਚ ਆ ਜਾਂਦਾ ਹੈ, ਪ੍ਰਭ ਸ਼ਰਨਾਗਤੀ, ਜਿਹੜਾ ਪਰਮਾਤਮਾ ਦੀ ਸ਼ਰਨ 'ਚ ਆ ਜਾਂਦਾ ਹੈ, ਚਰਨ ਬੋਹਿਤ ਪ੍ਰਭ ਦੇਤ, ਪਰਮਾਤਮਾ ਉਹਨੂੰ ਆਪਣੇ ਚਰਨਾਂ ਰੂਪੀ ਜਹਾਜ਼ ਦਿੰਦਾ ਹੈ ਵੀ ਲੈ ਬਹਿ ਜਾ ਇਸ 'ਚ ਅਤੇ ਪਾਰ ਉਤਾਰਦੀ ਤੈਨੂੰ। ਪਰਮਾਤਮਾ ਦੇ ਚਰਨ ਜਹਾਜ਼ ਨੇ। ਅਤੇ ਸਾਡੇ ਲਈ ਪਰਮਾਤਮਾ ਦੇ ਚਰਨ ਕੀ ਨੇ? ਪਰਮਾਤਮਾ ਦਾ ਨਾਮ। ਜਿਵੇਂ ਜਹਾਜ਼ 'ਚ ਬਹਿ ਜਾਈਏ ਅਤੇ ਪਰਲੇ ਕੰਢੇ ਤਰ੍ਹਾਂ ਚਲਾ ਜਾਂਦਾ ਬੰਦਾ, ਇਸ ਤਰ੍ਹਾਂ ਜਿਹੜਾ ਪਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਨਾ, ਇਹ ਨਾਮ ਵੀ ਉਸ ਨੂੰ ਪਰਲੇ ਬੰਨੇ ਲੈ ਜਾਂਦਾ ਹੈ, ਪਾਰ ਉਤਾਰਾ ਜੀਵ ਦਾ ਹੋ ਜਾਂਦਾ ਹੈ। ਸੇ ਪਾਦੋਏ ਨਰਕ ਨਾ ਪਾਈਏ, ਗੁਰ ਰੱਖਣ ਵਾਲਾ ਹੇਤ। ਹੇਤ ਹੁੰਦਾ ਪਿਆਰਾ। ਜਿਨ੍ਹਾਂ ਦਾ ਪਿਆਰਾ ਗੁਰੂ ਰੱਖਿਆ ਕਰਨ ਵਾਲਾ ਹੈ। ਜੇ ਅਸੀਂ ਗੁਰੂ ਵਾਲੇ ਹੋਵਾਂਗੇ, ਗੁਰੂ ਮਹਾਰਾਜ ਸਾਨੂੰ ਪਿਆਰ ਕਰਦੇ ਹੋਣਗੇ, ਫਿਰ ਕੀ ਹੋਏਗਾ? ਸੇ ਭਾਦੋਏ ਨਰਕ ਨਾ ਪਾਈਏ, ਉਹਨਾਂ ਨੂੰ ਫਿਰ ਨਰਕਾਂ ਵਿੱਚ ਨਹੀਂ ਸੁੱਟਿਆ ਜਾਂਦਾ। ਕਿਉਂਕਿ ਗੁਰੂ ਜਿਹੜਾ ਹੈ ਉਹਦੇ ਨਾਲ ਸਾਡਾ ਹੇਤ ਹੈ, ਪ੍ਰੇਮ ਹੈ। ਉਹ ਫਿਰ ਸਾਡੀ ਰੱਖਿਆ ਕਰਦਾ ਹੈ, ਸਾਨੂੰ ਨਰਕ 'ਚ ਸੁੱਟਣ ਨਹੀਂ ਦਿੰਦਾ, ਸਾਨੂੰ ਨਰਕਾਂ 'ਚ ਨਹੀਂ ਜਾਣ ਦਿੰਦਾ। ਕਿਸ ਲਈ ਭਾਈ? ਨਾਮ ਜਪਣਾ ਹੈ। ਦੋ ਹੀ ਗੱਲਾਂ ਯਾਦ ਰੱਖਣੀ। ਜ਼ਿੰਦਗੀ 'ਚ ਸ਼ੁਭ ਕਰਮ ਕਰਨੇ ਨੇ। ਉਹ ਕੰਮ ਹੀ ਨਹੀਂ ਕਰਨਾ ਜਿਸ ਨਾਲ ਦੂਜੇ ਦਾ ਨੁਕਸਾਨ ਹੋਵੇ। ਜਿਸ ਗੱਲ ਨਾਲ ਦੂਜੇ ਦਾ ਨੁਕਸਾਨ ਹੁੰਦਾ, ਇਹਦੇ ਮਤਲਬ ਅਸੀਂ ਪਾਪ ਕਰਮ ਕਰ ਰਹੇ ਹਾਂ, ਉਹ ਸਾਨੂੰ ਫਲ ਭੋਗਣਾ ਪੈਣਾ। ਇਸ ਲਈ ਕੋਈ ਐਸਾ ਕੰਮ ਹੀ ਨਹੀਂ ਕਰਨਾ ਜਿਸ ਨਾਲ ਦੂਜੇ ਦਾ ਨੁਕਸਾਨ ਹੋਵੇ। ਅਤੇ ਨਾਲ ਬਾਣੀ ਪੜ੍ਹੀ ਜਾਣੇ, ਨਾਮ ਜਪੀ ਜਾਣਾ। ਬਾਕੀ ਆਪਣੀ ਕਿਰਤ ਤਾਂ ਕਰਨੀ ਹੀ ਕਰਨੀ ਹੈ। ਕਿਰਤ ਕਰਾਂਗੇ ਤਾਂ ਮਾਇਆ ਮਿਲੇਗੀ। ਮਾਇਆ ਮਿਲੇਗੀ ਤਾਂ ਹੀ ਸਾਡਾ ਸਰੀਰ ਪਰਿਵਾਰ ਚੱਲੇਗਾ। ਮਾਇਆ ਤੋਂ ਬਿਨਾਂ ਤਾਂ ਸਰੀਰ ਚੱਲ ਹੀ ਨਹੀਂ ਸਕਦਾ। ਰੋਟੀ ਮਾਇਆ ਤੋਂ ਬਿਨਾਂ ਨਹੀਂ ਮਿਲਣੀ, ਪਾਣੀ ਵੀ ਮਾਇਆ ਤੋਂ ਬਿਨਾਂ ਨਹੀਂ ਮਿਲਦਾ। ਅੱਜ ਬੰਦਾ ਬਿਮਾਰ ਹੋ ਜਾਏ, ਉਹਨੂੰ ਆਕਸੀਜਨ ਵੀ ਮਾਇਆ ਤੋਂ ਬਿਨਾਂ ਨਹੀਂ ਮਿਲਦੀ, ਜਿਹੜਾ ਸਾਹ ਲੈਣੇ। ਇਸ ਲਈ ਮਾਇਆ ਕਮਾਉਣਾ ਜ਼ਰੂਰੀ ਹੈ, ਪਰ ਨਿਰਾ ਮਾਇਆ ਜ਼ਿੰਦਗੀ ਨਹੀਂ ਕਮਾਈ ਜਾਣੀ, ਨਾਲ ਨਾਮ ਦੀ ਕਮਾਈ ਵੀ ਕਰਨੀ ਹੈ।
ਸਿੱਖ ਨੂੰ ਕਿਹਾ ਤੇਰੇ ਕੋਲ ਮਾਇਆ ਵੀ ਹੋਣੀ ਚਾਹੀਦੀ ਹੈ, ਤੇਰੇ ਕੋਲ ਨਾਮ ਵੀ ਹੋਣਾ ਚਾਹੀਦਾ ਹੈ। ਇਸ ਲਈ ਸਿੱਖ ਨੂੰ ਗੁਰੂ ਨਾਨਕ ਜੀ ਦਾ ਹੁਕਮ ਹੈ, ਕਿਰਤ ਕਰੋ। ਤੁਸੀਂ ਕਿਰਤ ਕਰੋ ਤਾਂ ਜੋ ਤੁਹਾਡੇ ਕੋਲ ਮਾਇਆ ਹੋਵੇ, ਤੁਹਾਡਾ ਜੀਵਨ ਸੁਖੀ ਹੋ ਜਾਏ। ਨਾਮ ਜਪੋ ਤਾਂ ਜੋ ਤੁਹਾਡਾ ਮਨ ਸੁਖੀ ਹੋ ਜਾਏ। ਜਦੋਂ ਅਸੀਂ ਸਰੀਰਕ ਤੌਰ 'ਤੇ ਸੁਖੀ ਹੋਈਏ, ਮਾਨਸਿਕ ਤੌਰ 'ਤੇ ਸੁਖੀ ਹੋਈਏ, ਅਸੀਂ ਉਦੋਂ ਅਸਲ 'ਚ ਉਦੋਂ ਹੀ ਪੂਰੇ ਸੁਖੀ ਹੋ ਸਕਦੇ ਹਾਂ। ਇਸ ਲਈ ਸਤਿਕਾਰਯੋਗ ਸਾਧ ਸ਼ੁਭ ਕਰਮ ਕਰਦੇ ਰਹਿਣਾ, ਕਿਰਤ ਕਰਦੇ ਰਹਿਣਾ ਹੈ, ਨਾਲ ਭਜਨ ਬੰਦਗੀ ਕਰਦੇ ਰਹਿਣਾ। ਲੋਕ ਸੁਖੀ ਹੈ ਪਰ ਲੋਕ ਸੁਹੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।